हाँ जी गुरु प्यारिओ, वाहिगुरु जी का खालसा वाहिगुरु जी की फतेह। लाइव मैं होया जी तुहाडे नाल उत्तराखंड का जिहड़ा मसला तुसी देख रहे हो। वीडियो एक बहुत वायरल हो रही सीगी कि उत्तराखंड दे विच गुरु ग्रंथ साहब महाराज की हजूरी दे विच जिहड़ी आ ਉਹ जन्म अष्टमी मनाई जा रही सी ते गुरु साहब की हजूरी विच जिहड़ा नाच गाना सीगा ਉਹ ਕੀਤਾ ਜਾ ਰਿਹਾ ਸੀ। सो ਉਹਦੇ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਦੇ ਫੋਨ ਮੈਸੇਜ ਆ ਰਹੇ ਸੀ ਕਿ ਕੀ ਹਾਲਾਤ ਨੇ ਉੱਥੋਂ ਦੇ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਸਰਕਾਰ ਆ ਮਹਾਰਾਜ ਦਾ ਉਹ ਬਹਾਲ ਹੋਇਆ ਕਿ ਨਹੀਂ ਹੋਇਆ। ਸੋ ਉਹਦੇ ਸੰਬੰਧ ਵਿੱਚ ਇੱਕ ਤਾਂ ਆਪ ਜੀ ਨੂੰ ਅਪਡੇਟ ਦੇਣੀ ਆ। ਦੂਜਾ, ਜੇ ਉਹ ਜਦੋਂ ਆ ਰਾਗੀ ਸਿੰਘਾਂ ਦੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹ ਕੋਈ ਗਾਣਾ ਬੋਲਿਆ ਗਿਆ ਸੀਗਾ ਤੇ ਗਾਣਾ ਬੋਲਣ ਤੋਂ ਬਾਅਦ ਕੁਛ ਆਪਣੇ ਜਿਹੜੇ ਬਹੁਤੇ ਸਿਆਣੇ ਸੀਗੇ ਉਹ ਡਿਫੈਂਡ ਕਰਦੇ ਸੀ ਵੀ ਲਓ ਜੀ ਕੀ ਮਾੜਾ ਕਰਤਾ ਜੇ ਭਗਵਾਨ ਕ੍ਰਿਸ਼ਨ ਦੀ ਉਪਮਾ ਕਰਤੀ। ਇੱਥੇ ਮਸਲਾ ਇਹ ਹੈ ਹੀ ਨਹੀਂਗਾ। ਮਸਲਾ ਇਹ ਨਹੀਂ ਹੈ ਕਿ ਕਿਸੇ ਨੇ ਕਿਸੇ ਦੀ ਉਪਮਾ ਕਰਤੀ ਜਾਂ ਗੁਰਬਾਣੀ 'ਚ ਦਰਜ ਜੋ ਗੁਰਬਾਣੀ 'ਚ ਦਰਜਾ ਜਿਵੇਂ ਦਰਜਾ ਉਵੇਂ ਪੜ੍ਹਿਆ ਜਾਵੇ, ਕੋਈ ਇਸ਼ੂ ਨਹੀਂ ਹੈਗਾ। ਇਸ਼ੂ ਇਹ ਆ ਕਿ ਗੁਰ ਮਰਿਆਦਾ ਜਿਹੜੀ ਹੈ ਉਸ ਗੁਰ ਮਰਿਆਦਾ ਤੋਂ ਬਾਹਰ ਜਾ ਕਰਕੇ ਹੀ ਕਿਉਂ ਕਾਰਜ ਜਿਹੇ ਕੀਤੇ ਜਾਂਦੇ ਨੇ। ਵੀਡੀਓ ਤਾਂ ਸਾਰਿਆਂ ਨੇ ਵੇਖ ਲਈ, ਪਰ ਅਸਲ ਜਿਹੜੀ ਜੜ ਆ, ਅਸਲ ਜਿਹੜੀ ਉਹ ਖੇਡ ਆ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੋਊਗੀ। ਇਹ ਲਾਈਵ ਮੈਂ ਜਿਹੜਾ ਤੁਹਾਡੇ ਕੋਲ ਹੋਇਆ ਵਾ ਤੁਹਾਨੂੰ ਹੁਣ ਬਹੁਤ ਕੁਝ ਦਿਖਾਉਣਾ। ਪਹਿਲਾਂ ਤਾਂ ਇਹ ਦਿਖਾਉਣਾ ਵੀ ਉੱਥੇ ਜਿੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਾਚ ਗਾਣਾ ਹੋ ਰਿਹਾ, ਤੁਸੀਂ ਦੇਖੋ ਵੀ ਕਿੱਡੀ ਵੱਡੀ ਖੇਡ ਖੇਡੀ ਜਾ ਰਹੀ ਆ ਤੁਹਾਨੂੰ ਰਾਲਗੱਡ ਕਰਨ ਦੇ ਵਾਸਤੇ, ਸਿੱਖਾਂ ਨੂੰ ਇਹ ਸਾਬਤ ਕਰਨ ਦੇ ਵਾਸਤੇ ਵੀ ਕੇਸਾਧਾਰੀ ਹਿੰਦੂ ਨੇ, ਸਨਾਤਨ ਧਰਮ ਦਾ ਹਿੱਸਾ ਨੇ। ਜਿਹੜਾ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ, ਜਿਹੜਾ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ, ਉਹ ਬਣਾਇਆ ਹੋਇਆ ਜੀ ਸ੍ਰੀ ਸਨਾਤਨ ਧਰਮ ਮੰਦਰ ਗੁਰਦੁਆਰਾ ਸਭਾ। ਫਿਰ ਦੁਬਾਰਾ ਸੁਣੋ, ਸ਼੍ਰੀ ਸਨਾਤਨ ਧਰਮ ਮੰਦਰ ਗੁਰਦੁਆਰਾ ਸਭਾ। ਮੈਨੂੰ ਦੱਸੋ ਵੀ ਜਿਹੜੇ ਬਹੁਤੇ ਸਿਆਣੇ ਇਹ ਕਹਿੰਦੇ ਹੋ, ਬਹੁਤੇ ਜਿਹੜੇ ਸਿਆਣੇ ਇਹ ਕਹਿੰਦੇ ਹੋ ਵੀ ਕੀ ਮਾੜਾ ਹੋ ਗਿਆ ਜੀ ਜੇ ਭਗਵਾਨ ਕ੍ਰਿਸ਼ਨ ਦਾ ਨਾਂ ਲੈ ਤਾ ਗੁਰੂ ਸਾਹਿਬ ਦੀ ਹਜ਼ੂਰੀ 'ਚ। ਮੈਂ ਤਾਂ ਇਹ ਦੇਖ ਰਿਹਾ ਸੀ ਵੀ ਆ ਨੱਚਣ ਨੂੰ ਵੀ ਸਹੀ ਦਸਾ ਰਹੇ ਨੇ, ਦਾੜੀਆਂ ਵਾਲੇ ਪੱਗਾਂ ਵਾਲੇ। ਮੈਂ ਫੇਸਬੁੱਕ 'ਤੇ ਪੋਸਟ ਪਾਈ ਰਾਤੀ ਤੇ ਉਹ ਇਸ ਨੱਚਣ ਨੂੰ ਵੀ ਸਹੀ ਦਰਸਾ ਰਹੇ ਨੇ ਵੀ ਕੋਈ ਮਾੜਾ ਨਹੀਂ ਹੋ ਗਿਆ। ਕਹਿੰਦੇ ਫਿਰ ਕੀ ਹੋ ਗਿਆ, ਭਗਵਾਨ ਦੇ ਉਹਦੇ ਜਨਮ ਦੇ ਸੰਬੰਧ ਦੇ ਵਿੱਚ ਖੁਸ਼ੀ ਦੇ ਵਿੱਚ ਨੱਚ ਰਹੇ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ। ਸੋ ਪਹਿਲੀ ਉਹਨਾਂ ਦੀ ਜਿਹੜੀ ਖੇਡ ਆ ਉਹ ਹੈ ਸ਼੍ਰੀ ਸਨਾਤਨ ਧਰਮ ਮੰਦਰ ਗੁਰਦੁਆਰਾ ਸਿੰਘ ਸਭਾ। ਇਸ ਚੀਜ਼ ਨੂੰ ਨਾ ਬੜੇ ਦਿਮਾਗ ਨਾਲ ਸੋਚੋ, ਕਿੱਦਾਂ ਤੁਹਾਨੂੰ ਉਹ ਨਿਗਲ ਰਹੇ ਨੇ, ਕਿੱਦਾਂ ਬਹੁ ਗਿਣਤੀ ਇਹ ਸਾਬਤ ਕਰਨ ਦੀ ਟਲ ਦਾ ਜ਼ੋਰ ਲਾ ਰਹੀ ਆ ਵੀ ਸਿੱਖ ਕੇਸਾਧਾਰੀ ਹਿੰਦੂ ਨੇ। ਦੂਸਰਾ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉੱਥੇ ਜੋ ਕੁਛ ਹੋਇਆ ਨਾਚ ਗਾਣਾ ਉਹ ਸਾਰਾ ਕੁਛ ਤੁਹਾਨੂੰ ਪਤਾ, ਮੈਨੂੰ ਉਹ ਦੱਸਣ ਦੀ ਲੋੜ ਨਹੀਂ। ਫਿਰ ਤੁਸੀਂ ਇਹ ਵੇਖੋ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਮੂਰਤੀਆਂ ਨੇ ਉਹ ਮੂਰਤੀਆਂ ਉੱਥੇ ਲੱਗੀਆਂ ਹੋਈਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਜਿਹੜੀਆਂ ਉਹ ਮੂਰਤੀਆਂ ਲਾਈਆਂ ਹੋਈਆਂ ਨੇ। ਇਹ ਸਾਰੀਆਂ ਵੀਡੀਓ ਜਿਹੜੀਆਂ ਨੇ ਅਸੀਂ ਲਾਈਵ ਤੋਂ ਬਾਅਦ ਵੀ ਪਾ ਦਿਆਂਗੇ, ਤਾਂ ਕਿ ਵੈਸੇ ਤਾਂ ਨੈੱਟ 'ਤੇ ਵਾਇਰਲ ਹੋ ਹੀ ਗਈਆਂ ਇਹ, ਪਰ ਫਿਰ ਵੀ ਜਿਹੜੀਆਂ ਨੇ ਉਹ ਜ਼ਰੂਰ ਪਾਈਆਂ ਜਾਣਗੀਆਂ, ਦਿਖਾਇਆ ਜਾਊਗਾ ਵੀ ਗੁਰੂ ਸਾਹਿਬ ਦਾ ਕਿੰਨਾ ਕੁ ਸਤਿਕਾਰ ਸੀ ਉੱਥੇ। ਸੋ ਪਹਿਲੀ ਗੱਲ ਤਾਂ ਇਹ ਵੀ ਹੁਣ ਜਿਹੜਾ ਹੋ ਗਿਆ ਉਹ ਇਹ ਹੋ ਗਿਆ ਵੀ ਗੁਰੂ ਸਾਹਿਬ ਜੀ ਦਾ ਪਵਿੱਤਰ ਸਰੂਪ ਉੱਥੋਂ ਦੀ ਸੰਗਤ ਨੇ, ਜਿੰਨੀ ਵੀ ਉੱਥੇ ਸੰਗਤ ਸੀ, ਜਾਗਦੀ ਜਮੀਰ ਵਾਲੇ ਸਿੰਘ ਸੀਗੇ, ਉਹਨਾਂ ਨਾਲ ਹੋਈ ਗੱਲਬਾਤ ਤੇ ਗੁਰੂ ਸਾਹਿਬ ਨੂੰ ਉੱਥੋਂ ਜਿਹੜਾ ਵਾ ਸੁਭਾਏਮਾਨ ਜਿਹੜਾ ਕਰ ਦਿੱਤਾ ਗਿਆ ਵਾ ਸਹੀ ਜਗ੍ਹਾ ਦੇ ਉੱਤੇ। ਵਾਪਸ ਗੁਰਦੁਆਰਾ ਸਾਹਿਬ, ਗੁਰਦੁਆਰਾ ਗਦਰਪੁਰ ਵਿਖੇ, ਜਿੱਥੇ ਕੱਲ੍ਹ ਪਰਸੋਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਨੱਚਣ ਵਾਲੀ, ਉੱਥੋਂ ਸਰੂਪ ਵਾਪਸ ਲੈ ਆਉਂਦੇ ਨੇ।
ਉਥੋਂ ਗੁਰੂ ਸਾਹਿਬ ਜਿਹੜੇ ਨੇ ਉਹ ਸਤਿਕਾਰ ਸਹਿਤ ਹੋਰ ਜਗ੍ਹਾ ਤੇ ਹੋਰ ਕਿਸੇ ਗੁਰੂ ਘਰ 'ਚ ਸੁਭਾਏਮਾਨ ਕਰ ਦਿੱਤੇ ਗਏ ਨੇ। ਪਹਿਲੀ ਗੱਲ ਤੇ ਇਹ ਵੀ ਉਹ ਗੁਰਦੁਆਰਾ ਸਾਹਿਬ ਨਹੀਂ ਸੀਗਾ, ਉਹ ਸਨਾਤਨ ਧਰਮ ਮੰਦਰ ਗੁਰਦੁਆਰਾ ਸਿੰਘ ਸਭਾ ਦੇ ਨਾਂ ਦੇ ਉੱਤੇ ਬਣਾਇਆ ਗਿਆ ਸੀ, ਜਿਹਦੇ ਵਿੱਚ ਮੰਦਰ ਸੀ ਤੇ ਵਿੱਚ ਗੁਰੂ ਘਰ। ਇਹ ਸਾਨੂੰ ਚੀਜ਼ਾਂ ਪਹਿਲਾਂ ਵੀ ਬਹੁਤ ਵਾਰ ਸਾਡੇ ਸਾਹਮਣੇ ਆਈਆਂ ਨੇ, ਫੇਸ ਕੀਤੀਆਂ ਨੇ ਵੀ ਮੰਦਰਾਂ ਦੇ ਵਿੱਚ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ। ਹੁਣ ਉਹ ਇੱਥੇ ਤੇ ਜਿਹੜੀ ਉਹ ਸਾਡੇ ਵਾਲਿਆਂ ਦੇ ਇੱਕ ਕੀੜਾ ਵਾ ਜਿਹੜਾ ਇਹ ਕਹਿੰਦੇ ਆ ਵੀ ਸਾਂਝੀਵਾਲਤਾ ਦੀ ਗੱਲ ਕਰਦੇ ਨੇ, 9 ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਨੇ। ਪਹਿਲਾਂ ਤਾਂ ਤੁਸੀਂ ਗੁਰੂ ਘਰਾਂ ਦੇ ਵਿੱਚ ਇਜਾਜ਼ਤ ਦਿੱਤੀ ਨਮਾਜ਼ਾਂ ਪੜ੍ਹਨ ਦੀ ਵੀ ਨਮਾਜ਼ ਪੜ੍ਹੋ। ਮੈਨੂੰ ਦੱਸੋ ਵੀ ਕੀ ਮੁਸਲਿਮ ਭਰਾ ਜਿਹੜੇ ਨੇ ਉਹਨਾਂ ਦੇ ਧਰਮ ਦੀ ਜਿਹੜੀ ਮਰਿਆਦਾ ਕੀ ਤੁਹਾਨੂੰ ਇਜਾਜ਼ਤ ਦੇਣਗੇ ਕਿ ਤੁਸੀਂ ਆਪਣੀਆਂ ਗੁਰਸਿੱਖ ਰਹੁ ਰੀਤਾਂ ਜਿਹੜੀਆਂ ਨੇ ਉਹ ਕਿਸੇ ਮਸਜਿਦ ਦੇ ਵਿੱਚ ਜਾ ਕੇ ਪੂਰੀਆਂ ਕਰ ਸਕੋ? ਮੱਕੇ ਦੇ ਵਿੱਚ ਗੈਰ ਧਰਮੀ ਨੂੰ ਵੜਨ ਦੀ ਇਜਾਜ਼ਤ ਨਹੀਂ ਹੈਗੀ। ਮੱਕੇ ਦੇ ਪਵਿੱਤਰ ਸਥਾਨ ਦੇ ਵਿੱਚ ਗੈਰ ਮੁਸਲਿਮ ਜਾ ਨਹੀਂ ਸਕਦਾ। ਇੰਨੇ ਜ਼ਿਆਦਾ ਪੱਕੇ ਨੇ ਆਪਣੀ ਮਰਿਆਦਾ। ਜੇ ਇਹਨੂੰ ਕੋਈ ਕੱਟੜਤਾ ਕਹਿ ਦੇ, ਇਹਨੂੰ ਕੁਛ ਕਹਿ ਦੇ, ਵਿਸ਼ਾ ਮਰਿਆਦਾ ਦਾ, ਅਗਲੇ ਆਪਣੀ ਮਰਿਆਦਾ 'ਤੇ ਖੜੇ ਨੇ। ਇੱਕ ਬੰਨੇ ਤਾਂ ਸਾਨੂੰ ਗੁਰੂ ਅਸੀਂ ਕਹਿੰਦੇ ਵੀ ਅਸੀਂ ਗੁਰੂ ਸਾਹਿਬ ਦੀ ਮੰਨਦੇ ਹਾਂ, ਅਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਗੁਰੂ ਸਾਹਿਬਾਨ ਸਾਨੂੰ ਥਾਂ ਥਾਂ 'ਤੇ ਸਿਖਾਉਂਦੇ ਨੇ। ਸਾਨੂੰ ਇਹਨਾਂ ਨੇ ਇਹਨਾਂ ਚੀਜ਼ਾਂ ਤੋਂ ਵਰਜਿਆ, ਮੂਰਤੀ ਪੂਜਾ ਤੋਂ ਵਰਜਿਆ ਵੀ ਨਹੀਂ ਕਰਨੀ, ਪਖੰਡਵਾਦ ਤੋਂ ਵਰਜਿਆ ਵੀ ਨਹੀਂ ਕਰਨਾ। ਅਸੀਂ ਹੁਣ ਖੁਦ ਹੀ ਗਲਤਾਨ ਹੋਈ ਜਾਂਦੇ ਹਾਂ। ਜਿਹੜੀ ਖੇਡ ਉਹਨਾਂ ਦੇ ਵੱਲੋਂ ਖੇਡੀ ਜਾ ਰਹੀ ਆ, ਅਸੀਂ ਤਾਂ ਉਸ ਖੇਡ ਦਾ ਹਿੱਸਾ ਬਣ ਰਹੇ ਹਾਂ। ਕਾਹਦੇ ਵਾਸਤੇ? ਕੀ ਸਾਬਤ ਕਰਨ ਵਾਸਤੇ? ਆਖੇ ਜੀ 9 ਮਾਸ ਦਾ ਰਿਸ਼ਤਾ, ਭਰਾ ਨੇ ਜੀ ਅਸੀਂ। ਰਹੋ, ਵਧੀਆ ਗੱਲ ਆ, ਭਰਾ ਰਹੋ, ਹਰ ਧਰਮ ਦਾ ਸਤਿਕਾਰ ਕਰੋ, ਹਰ ਧਰਮ ਦੇ ਨੁਮਾਇੰਦੇ ਦਾ ਸਤਿਕਾਰ ਕਰੋ। ਜਿਹੜਾ ਵੀ ਕਿਸੇ ਧਰਮ ਨੂੰ, ਹੁਣ ਮੇਰੇ ਬਹੁਤ ਹਿੰਦੂ ਯਾਰ ਦੋਸਤ ਨੇ, ਬਹੁਤ ਮੁਸਲਿਮ ਯਾਰ ਦੋਸਤ ਨੇ, ਈਵਨ ਈਸਾਈ ਵੀ ਮੇਰੇ ਜਿਹੜੇ ਨੇ ਉਹ ਯਾਰ ਦੋਸਤ ਨੇ, ਪਰ ਉਹ ਆਪੋ ਆਪਣੇ ਧਰਮ ਦੇ ਵਿੱਚ ਪ੍ਰਪੱਕ ਨੇ। ਉਹਨਾਂ ਨੂੰ ਸਾਡੇ ਧਰਮ ਨਾਲ ਇੰਟਰਫੇਅਰ ਕਰਨ ਦਾ ਕੋਈ ਮਤਲਬ ਨਹੀਂ, ਜਾਂ ਅਸੀਂ ਉਹਨਾਂ ਦੇ ਧਰਮ 'ਚ ਇੰਟਰਫੇਅਰ ਨਹੀਂ ਕਰਦੇ। ਵਿਚਾਰਾਂ ਵੀ ਹੁੰਦੀਆਂ ਨੇ ਸਾਡੀਆਂ, ਪਰ ਕਦੀ ਇੱਦਾਂ ਦਾ ਨਹੀਂ ਵੀ ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਹਨਾਂ ਨੇ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋ। ਮੁਬਾਰਕ ਆ, ਵਧਾਈਆਂ ਵੀ ਦਿੰਦੇ ਨੇ, ਉਹ ਗੁਰਪੁਰਬਾਂ ਦੀਆਂ ਵਧਾਈਆਂ ਦਿੰਦੇ ਨੇ ਸਾਨੂੰ, ਅਸੀਂ ਵੀ ਦਿੰਦੇ ਉਹਨਾਂ ਦੇ ਪੁਰਬਾਂ ਦੀਆਂ ਵਧਾਈਆਂ ਉਹਨਾਂ ਨੂੰ। ਉੱਥੋਂ ਤੱਕ ਸੀਮਤ ਸਹੀ ਆ, ਕੋਈ ਇਸ਼ੂ ਨਹੀਂ ਹੈਗਾ। ਇਸ਼ੂ ਇਹ ਆ ਕਿ ਕੀ ਇਜਾਜ਼ਤ ਦਿੰਦੀ ਆ ਗੁਰਮਤ ਵੀ ਅਸੀਂ ਇਹ ਜਿਹੜੇ ਕਾਰਜ ਸ਼ੁਰੂ ਕਰ ਲਏ ਨੇ ਇਹ ਸਾਨੂੰ ਕਰਨੇ ਚਾਹੀਦੇ ਨੇ। ਇੱਕ ਬੰਨੇ ਉਹ ਤਾਂ ਕਹਿੰਦਾ ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬੂ ਨਾ ਧਿਆਉ, ਕਾਨ ਸੁਨੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਪਾ 300, ਮਹਾਕਾਲ ਰਖਵਾਰ ਹਮਾਰੋ, ਮਾਂ ਲੋ ਮੈਂ ਕੰਕਰ ਤਾਰੋ। ਦੂਜੇ ਬੰਨੇ ਅਸੀਂ ਕਰਦੇ ਫਿਰਦੇ ਹਾਂ, ਅਸੀਂ ਕਹਿੰਦੇ ਹਾਂ ਜੀ ਫਿਰ ਕੀ ਹੋ ਗਿਆ ਜੇ ਰਾਗੀਆਂ ਨੇ ਬੋਲਤਾ ਗੁਰੂ ਸਾਹਿਬ ਦੀ ਹਜ਼ੂਰੀ 'ਚ, ਫਿਰ ਕੀ ਹੋ ਗਿਆ ਜੇ ਗਾਣਾ ਬੋਲਤਾ, ਉਪਮਾ ਕਰਦੀ। ਭਗਵਾਨ ਕ੍ਰਿਸ਼ਨ ਦੀ ਉਪਮਾ ਕਰਨਾ ਕੋਈ ਮਾੜਾ? ਕੌਣ ਕਹਿ ਰਿਹਾ ਵੀ ਨਾ ਕਰੋ? ਜਮ ਕਰੋ, ਜਿੱਦਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉੱਦਾਂ ਹੀ ਬੋਲੋ ਫਿਰ, ਤੇ ਫਿਰ ਸਾਰਾ ਬੋਲੋ। ਜਿਹੜਾ ਸੱਚ ਲਿਖਿਆ ਗੁਰੂ ਸਾਹਿਬ ਨੇ, ਫਿਰ ਉਹ ਸਾਰਾ ਸੱਚ ਬੋਲੋ ਨਾ। ਸਵਾਲ ਤੇ ਇਹ ਫੇਰ ਆਵੇ ਵੀ ਹਾਂ ਯਾਰ ਤੁਸੀਂ ਬੜਾ ਸੱਚ ਦਾ ਪ੍ਰਚਾਰ ਕਰਦੇ ਜੇ, ਫਿਰ ਪੂਰਾ ਸੱਚ ਬੋਲੋ। ਇਹ ਗੱਲਾਂ ਆਪਾਂ ਜਿਹੜੀਆਂ ਕਰਨ ਤੁਰ ਪਏ ਆ ਨਾ, ਇਹਨਾਂ ਗੱਲਾਂ ਨੇ ਤੁਹਾਡਾ ਉਹ ਨੁਕਸਾਨ ਕਰਨਾ ਜਿਹੜਾ ਨੁਕਸਾਨ ਅੱਜ ਤੱਕ ਤੁਹਾਡਾ ਹੋਇਆ ਨਹੀਂ। ਨਸਲਕੁਸ਼ੀ ਬੜੇ ਤਰੀਕਿਆਂ ਦੀ ਹੁੰਦੀ ਆ। ਨਸਲਕੁਸ਼ੀਆਂ ਕਰਨ ਦੇ ਤਰੀਕੇ ਵੱਖ-ਵੱਖ ਇਜਾਦ ਕੀਤੇ ਜਾਂਦੇ ਨੇ, ਤੇ ਇਹ ਤੁਹਾਡੀ ਸਿਧਾਂਤਕ ਨਸਲਕੁਸ਼ੀ ਕੀਤੀ ਜਾ ਰਹੀ ਆ। ਸਿਧਾਂਤਕ ਘੇਰਾਬੰਦੀ ਕਰਕੇ ਮਾਨਸਿਕ ਨਸਲਕੁਸ਼ੀ ਕੀਤੀ ਜਾ ਰਹੀ ਆ। ਤੇ ਸਾਡੇ ਦਾ ਇੰਨਾ ਬੇੜਾ ਗਰਕ ਹੋ ਗਿਆ ਸਿੱਖਾਂ ਦਾ ਵੀ ਸਾਨੂੰ ਸਾਡੇ ਗੁਰੂ ਦਾ ਹੁਕਮ ਚੰਗਾ ਹੀ ਨਹੀਂ ਲੱਗਦਾ। ਅਸੀਂ ਸਿਆਣੇ ਜ਼ਿਆਦੇ ਹੋ ਗਏ ਹਾਂ। ਗੁਰੂ ਤੋਂ ਵੱਡਾ ਤਾਂ ਕੋਈ ਨਹੀਂ ਹੋ ਸਕਦਾ ਭਾਈ, ਗੁਰੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਕੋਈ ਜਿੱਡਾ ਮਰਜ਼ੀ ਸਿਆਣਾ ਆ ਜੇ, ਗੁਰੂ ਤੋਂ ਵੱਡਾ ਨਹੀਂ। ਤੇ ਜੋ ਗੁਰੂ ਸਾਨੂੰ ਸਾਡਾ ਸਿਖਾ ਗਿਆ, ਜੋ ਸਾਨੂੰ ਮਰਿਆਦਾ ਸਿਧਾਂਤ ਬਖਸ਼ ਗਿਆ, ਅਸੀਂ ਕੌਣ ਹੁੰਦੇ ਹਾਂ? ਅਸੀਂ ਉਹਨਾਂ ਨਾਲ ਮਰਿਆਦਾਵਾਂ ਨੂੰ, ਅਸੀਂ ਉਹਨਾਂ ਸਿਧਾਂਤਾਂ ਨੂੰ ਬਦਲ ਸਕੀਏ। ਢੱਡਰੀਆਂ ਵਾਲੇ ਲੱਗੇ ਬਕਵਾਸ ਕਰਦੇ ਆ ਨਾ ਬਹਿ ਕੇ, ਜੀ ਹੁਣ ਸਮਾਂ ਬਦਲ ਗਿਆ। ਹੁਣ ਤਾਂ ਉਹਨੇ ਵੀ ਕਹਿ ਦਿੱਤਾ ਵੀ ਗੁਰੂ ਸਾਹਿਬ ਦੇ ਜਿਹੜੀਆਂ ਗੁਰੂ ਸਾਹਿਬ ਦਾ ਪ੍ਰਭਾਵ ਨਾ ਆਪਣੇ ਤੇ ਗੁਰੂਆਂ ਦਾ ਪ੍ਰਭਾਵ ਹੀ ਨਾ ਪੈਣ ਦਿਓ।
ਜਿਹੜੇ ਇਸ ਤਰ੍ਹਾਂ ਦੇ ਬਕਵਾਸ, ਬੇੜਾ ਤਾਂ ਗਰਕ ਹੋਇਆ ਇਹਨਾਂ ਲੋਕਾਂ ਦਾ, ਸਾਡੇ ਜਿਹੇ ਲੋਕਾਂ ਦਾ ਬੇੜਾ ਗਰਕ ਹੋਇਆ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਕਾਸ਼ ਕਰਕੇ, ਬਾਣੀ ਪੜ੍ਹ ਕੇ, ਬਾਣੀ ਸੁਣਾ ਕੇ, ਵਰਤੋਂ ਕਰਕੇ, ਮੈਂ ਤਾਂ ਕਹਿੰਦਾ ਵਰਤੋਂ ਕਰਕੇ ਆਪਣਾ ਢੰਗ ਢਵੱਚਾ ਚਲਾ ਰਹੇ ਤੇ ਨਾਲ ਮਾਨਸਿਕ ਨਸਲਕੁਸ਼ੀ ਕਰ ਰਹੇ ਨੇ ਸਿੱਖਾਂ ਦੀ। ਤੇ ਉਹੋ ਜਿਹੇ ਲਾਹਣਤੀ ਸਾਡੇ ਬੰਦੇ ਜਿਹੜੇ ਗਾੜੀ ਬਹਿ ਕੇ ਉਹਨਾਂ ਦੀਆਂ ਚਵਲਾਂ ਸੁਣਦੇ ਆ ਤੇ ਉਹਨਾਂ ਨੂੰ ਸਵਾਲ ਨਹੀਂ ਕਰਦੇ। ਭੇਡਾਂ ਕਹਿੰਦਾ ਫਿਰ ਮੈਂ ਤੇ ਉਹਨਾਂ ਨੂੰ ਫਿਰ ਮੱਚਦੇ ਨੇ ਵੀ ਸਾਨੂੰ ਭੇਡਾਂ ਕਹਿੰਦਾ, ਫਿਰ ਭੇਡਾਂ ਹੀ ਕਹੂੰਗਾ ਨਾ। ਜੇ ਜਾਗਦੀ ਜ਼ਮੀਰ ਵਾਲੇ ਹੋ ਤੇ ਉਦੋਂ ਗੁੱਟੋਂ ਫੜੋ ਵੀ ਤੂੰ ਕੌਣ ਹੁੰਨਾ ਭਾਈ ਇਤਿਹਾਸ ਤੇ ਕਿੰਤੂ ਕਰਨ ਵਾਲਾ, ਤੂੰ ਕੌਣ ਹੁੰਨਾ ਸਾਡੇ ਗੁਰੂ ਤੇ ਕਿੰਤੂ ਕਰਨ ਵਾਲਾ, ਤੇਰੀ ਕੀ ਮਜਾਲ ਜਿਸ ਗੁਰੂ ਦੇ ਨਾਂ ਤੇ ਤੂੰ ਇੰਨੇ ਸਾਲ ਤੋਂ ਖਾ ਰਿਹਾ, ਇਹ ਮਹਿਲ ਖੜੇ ਕੀਤੇ ਨੇ, ਅੱਜ ਤੂੰ ਉਸ ਗੁਰੂ ਦੇ ਉੱਤੇ ਉਂਗਲ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਪਰ ਸਾਡੇ ਵਾਲੇ ਕੀ ਕਰਦੇ ਨੇ? ਸਾਡੇ ਵਾਲੇ ਬਹਿ ਕੇ ਦੰਦ ਕੱਢਦੇ ਉਹਦੇ ਗਾੜੀ, ਜਦੋਂ ਫੇਸਬੁੱਕ ਚੁਟਕਲੇ ਸੁਣਾਉਂਦਾ ਨਾ ਤੁਹਾਨੂੰ, ਦੰਦ ਕੱਢ ਰਹੇ ਹੁੰਦੇ ਹੋ। ਉਹ 2 ਘੰਟੇ ਦੇ ਖਾੜੇ ਲਾਉਂਦਾ, 2 ਘੰਟੇ ਦੇ ਖਾੜੇ ਵਿੱਚ ਕਦੀ ਗੁਰਮਤਿ ਦੀ ਗੱਲ ਸੁਣਾ ਦਿਓ, ਢੱਡੀਆਂ ਵਾਲੀ ਜਪਜੀ ਸਾਹਿਬ ਦੀ ਕਥਾ ਹੀ ਸੁਣਾ ਦਿਓ ਕੱਢ ਕੇ ਮੈਨੂੰ ਵੀ ਆਹ ਕੀਤੀ ਹੈ ਇਹਨੇ, ਜਾਂ ਕਿਸੇ ਮੁੱਖ ਵਾਕ ਦੀ ਕਿਸੇ ਸ਼ਬਦ ਦੀ ਕਥਾ ਕੀਤੀ ਹੋਵੇ ਪ੍ਰੋਪਰ ਉਹਨੇ। ਅੱਜ ਉਹਦਾ ਸਿਆਣਾ ਹੋਇਆ ਉਹ ਖਾਸ ਕਰਕੇ ਬੇੜਾ ਕਿ ਸਾਡਾ ਆਪਣੇ ਸਿੱਖਾਂ ਨੇ ਕੀਤਾ। ਸਾਡਾ ਦੁਸ਼ਮਣ ਮਾਰੇ ਤੇ ਸਾਨੂੰ 100 ਵਾਰੀ ਮਾਰੇ, ਸਮਝ 'ਚ ਆਉਂਦਾ ਕਿ ਉਹ ਦੁਸ਼ਮਣ ਆ, ਦੁਸ਼ਮਣ ਦਾ ਕੰਮ ਆ ਤੁਹਾਨੂੰ ਮਾਰਨਾ, ਦੁਸ਼ਮਣ ਦਾ ਕੰਮ ਹੁੰਦਾ ਵਾਰ ਕਰਨਾ। ਸਾਡਾ ਤਾਂ ਬੇੜਾ ਗਰਕ ਆਪਣਿਆਂ ਨੇ ਕੀਤਾ, ਸਾਡਾ ਬੇੜਾ ਗਰਕ। ਦੁਸ਼ਮਣ ਤਾਂ ਜਿਹੜਾ ਕਰੂ ਨੁਕਸਾਨ ਕਰੂ, ਦੁਸ਼ਮਣ ਤਾਂ ਚੜ੍ਹ ਕੇ ਆਊ, ਦੁਸ਼ਮਣ ਤਾਂ ਦੁਸ਼ਮਣ ਆ ਨਾ, ਵਾਰ ਕਰੂ, ਲੋਕੇ ਕਰੂ, ਸਾਹਮਣੇ ਕਰੂ, ਚੋਰੀ ਕਰੂ, ਪਿੱਠ ਤੇ ਕਰੂ, ਵਾਰ ਕਰੂ। ਤੇ ਜਿਹੜੇ ਸਾਡੇ ਵਾਲੇ ਦਾ ਬੇੜਾ ਗਰਕ ਹੋ ਰਿਹਾ, ਜਿਹੜੇ ਸਾਡੇ ਵਰਗੇ ਸਾਡੀ ਰੂਪ ਰੇਖਾ ਇੱਦਾਂ ਦੇ ਪਹਿਰਾਵੇ ਬਾਣੇ ਪਾਏ ਹੋਏ ਨੇ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਸਟੇਜਾਂ ਤੇ, ਬੇੜਾ ਗਰਕ ਤਾਂ ਉਹਨਾਂ ਨੇ ਕੀਤਾ ਹੋਇਆ ਸਾਡਾ। ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਬਹਿ ਕੇ ਕੀ ਦਿਖਦਾ ਨਹੀਂ? ਜੇ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ, ਆਪਾਂ ਸਤਿਕਾਰ ਦੀ ਗੱਲ ਕਰਦੇ ਹਾਂ, ਨਾਮਧਾਰੀਆਂ ਸੰਪਰਦਾ ਦਾ ਪਤਾ ਕਿਸੇ ਨੂੰ ਕੀ ਕਰਦੇ ਨੇ? ਉਹ ਨਾਮਧਾਰੀ ਸੰਪਰਦਾ ਜਾ ਕੇ ਦੇਖੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ, ਚੰਦੋਆ ਉਹਨਾਂ ਦੇ ਦੇਹਧਾਰੀ ਦੇ ਸਿਰ ਦੇ ਉੱਤੇ ਹੁੰਦਾ ਤੇ ਗੁਰੂ ਸਾਹਿਬ ਦੇ ਉੱਪਰ ਚੰਦੋਆ ਨਹੀਂ ਹੁੰਦਾ। ਗੁਰੂ ਸਾਹਿਬ ਨੇ ਇੱਕ ਸਾਈਡ ਦੇ ਉੱਤੇ ਛੋਟੀ ਜਿਹੀ ਪਾਲਕੀ ਦੇ ਵਿੱਚ ਉਹਨਾਂ ਨੇ ਪ੍ਰਕਾਸ਼ ਕੀਤਾ ਹੁੰਦਾ, ਉਹਨਾਂ ਦੀ ਭਾਸ਼ਾ 'ਚ ਰੱਖਿਆ ਹੁੰਦਾ। ਤੇ ਜਿਹੜਾ ਦੇਹਧਾਰੀ ਉਹਨਾਂ ਦਾ ਹੁੰਦਾ ਉਹਦੇ ਤੇ ਵੱਡਾ ਚੰਦੋਆ ਲੱਗਾ ਹੁੰਦਾ ਤੇ ਮੱਥਾ ਪਹਿਲਾਂ ਉਹਨੂੰ ਦੇਹਧਾਰੀ ਨੂੰ ਟੇਕਿਆ ਜਾਂਦਾ। ਗੁਰੂ ਸਾਹਿਬ ਦਾ ਮੱਥਾ ਨਹੀਂ ਟੇਕਦੇ, ਆਪਣੀ ਅੱਖੀਂ ਦੇਖੀਆਂ ਚੀਜ਼ਾਂ ਸਾਡੀਆਂ। ਇਹ ਕਿੱਥੇ ਖੜੇ ਹਾਂ ਅਸੀਂ? ਕਿਸ ਬੇਦਬੀ ਦੀ ਗੱਲ ਕਰਦੇ ਹਾਂ? ਥੋੜਾ ਅਕਲ ਨੂੰ ਹੱਥ ਮਾਰੀਏ, ਥੋੜਾ ਅਕਲ ਨੂੰ ਹੱਥ ਮਾਰੀਏ। ਉਹਨਾਂ ਨੂੰ ਕਿੱਥੇ ਰੱਖਦੇ ਜੇ ਜਿਨ੍ਹਾਂ ਨੇ ਆਪਣੀ ਮਰਿਆਦਾ, ਆਪਣੇ ਸਿਧਾਂਤਾਂ ਦੀ ਖਾਤਰ, ਧਰਮ ਦੀ ਖਾਤਰ ਸੀਸ ਦਿੱਤੇ। ਨਿੱਤ ਅਰਦਾਸ ਕਰਦੇ ਹੋ ਯਾਰ, ਤੁਸੀਂ ਨਿੱਤ ਅਰਦਾਸ ਕਰਦੇ ਹੋ, ਰੋਜ਼ ਅਰਦਾਸ ਕਰਦੇ ਹੋ, ਖਲੋ ਕੇ ਅਰਦਾਸ 'ਚ ਬੋਲਦੇ ਹੋ। ਜਿਨ੍ਹਾਂ ਸਿੱਖਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਲਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਕਿੱਥੇ ਰੱਖਦੇ ਹੋ ਤੁਸੀਂ ਉਹਨਾਂ ਨੂੰ? ਕੋਈ ਮੁੱਲ ਨਹੀਂ ਇਹਨਾਂ ਦੀ ਕੁਰਬਾਨੀ ਦਾ। ਕਮਲੇ ਸੀ ਉਹ ਜਿਹੜੇ ਚਰਖੀਆਂ ਤੇ ਚੜ੍ਹ ਕੇ ਜਿਨ੍ਹਾਂ ਨੇ ਬੱਚੇ ਦੇ ਟੋਟੇ ਕਰਵਾਏ, ਗਲਾਂ 'ਚ ਹਾਰ ਪਏ, ਮਾਵਾਂ ਕਮਲੀਆਂ ਸੀ। ਤੁਸੀਂ ਸਿਆਣੇ ਹੋ ਗਏ ਬਹੁਤੇ, ਹੁਣ 2-2 ਸਾਲ ਦੇ ਕੋਰਸ ਕਰਕੇ ਤੁਸੀਂ ਬਹੁਤੇ ਸਿਆਣੇ ਹੋ ਗਏ। ਮਿਸ਼ਨਰੀ ਕਾਲਜਾਂ 'ਚ ਪੜ੍ਹੇ ਹੋਏ ਆ, ਢੂੰਡੇ ਵਰਗੇ ਬਕਵਾਸ ਕਰਦੇ ਨੇ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਗੁਰੂ ਤੇ ਭਰੋਸਾ ਚੱਕੀ ਜਾਂਦੇ ਨੇ। ਸ਼ਰਤਾਂ ਹੀ ਨਹੀਂ ਗੁਰੂ ਦੇ ਉੱਤੇ ਰਹਿਣ ਦਿੱਤੀ ਇਹਨਾਂ ਨੇ, ਜਦ ਕਿ ਵਿਸ਼ਾ ਧਰਮ ਦਾ, ਭਰੋਸੇ ਦਾ ਤੇ ਸ਼ਰਧਾ ਦਾ। ਕੋਈ ਉੱਠ ਕੇ ਭੌਂਕਦਾ ਬਕਵਾਸ ਕਰਦਾ, ਸਰੋਵਰਾਂ ਦੇ ਕਿੰਤੂ ਕਰ ਲੱਗਦਾ ਜੀ, ਸਰੋਵਰਾਂ 'ਚ ਇੰਨੀ ਸ਼ਕਤੀ ਹੈ, ਫਿਰ ਹਸਪਤਾਲ ਕਾਹਤੋਂ ਖੋਲ੍ਹੇ ਆ। ਕੋਈ ਕਹਿੰਦਾ ਇਹ ਬਿਲਡਿੰਗਾਂ ਨੇ, ਸਾਡੇ ਵਾਲੇ ਗਾੜੀ ਮੂੰਹ ਚੌੜਾ ਕਰਕੇ ਸੁਣੀ ਜਾਂਦੇ ਆ। ਸਾਡੇ ਕੋਲ ਤਾਂ ਨਹੀਂ ਭਾਈ ਸੁਣ ਹੁੰਦਾ, ਫਿਰ ਸਾਡੇ ਕਵੇ ਮੂੰਹ ਦੇ ਸਾਹਮਣੇ ਖਲੋ ਕੇ ਕੋਈ, ਜੇ ਮੂੰਹ ਨਾ ਤੋੜਦੀ ਉਸ ਵੇਲੇ ਗੱਲ ਕਰੀਏ। ਲਾਹਣਤ ਤਾਂ ਯਾਰ ਸਾਡੀ ਜ਼ਿੰਦਗੀ ਦੇ ਉੱਤੇ, ਸਾਡੇ ਸਾਹਮਣੇ, ਸਾਡੀ ਅੱਖਾਂ ਸਾਹਮਣੇ ਸਭ ਕੁਝ ਹੋ ਜਾਂਦਾ, ਅਸੀਂ ਉਹਨੂੰ ਡਿਫੈਂਡ ਕਰ ਰਹੇ ਹਾਂ। ਸਾਂਝੀਵਾਲਤਾ ਦੀ ਗੱਲ ਕਰਦੇ ਹਾਂ ਜੀ, ਸਾਂਝੀਵਾਲਤਾ ਦੀ ਗੱਲ ਕਰਦੇ ਹਾਂ। ਉਹ ਸਾਂਝੀਵਾਲਤਾ ਦੀ ਗੱਲ ਕਰਦਿਆਂ ਕਿੱਦਣ ਉਹਨਾਂ ਨੇ ਤੁਹਾਨੂੰ ਨਿਗਲ ਲੈਣਾ, ਕਿੱਦਣ ਉਹਨਾਂ ਨੇ ਤੁਹਾਡੇ ਜੜ੍ਹਾਂ 'ਚ ਤੇਲ ਪਾ ਰਹੇ ਨੇ ਨਾ, ਕਿੱਦਣ ਪਾ ਕੇ ਇਹ ਸਾਬਤ ਕਰ ਦੇਣਾ ਵੀ ਕੇਸਾਧਾਰੀ ਹਿੰਦੂ ਜੇ ਤੁਸੀਂ ਸਿੱਖੋ, ਕੋਈ ਵੱਖਰੇ ਨਹੀਂ ਹੈਗੇ ਤੁਸੀਂ। ਇੱਕ ਬੰਨੇ ਅਸੀਂ ਢੋਲ ਚੱਕੀ ਫਿਰਦੇ ਹਾਂ, ਅਸੀਂ ਵੱਖਰੇ ਹਾਂ, ਅਸੀਂ ਵੱਖਰੇ ਹਾਂ, ਸਾਡੀ ਹੋਂਦ, ਸਾਡੀ ਹਸਤੀ ਵੱਖਰੀ ਆ, ਤੇ ਦੂਜੇ ਬੰਨੇ ਕਰ ਰਹੇ ਹਾਂ ਅਸੀਂ
ਨਿਆਰੀ ਹੋਣ ਦਾ ਹਮੇਸ਼ਾ ਤੁਸੀਂ ਪ੍ਰਗਟਾਵਾ ਕਰਦੇ ਹੋ, ਨਿਆਰੇ ਹੋਣ ਦਾ ਪ੍ਰਗਟਾਵਾ ਕਰਦੇ ਹੋ, ਤੇ ਫਿਰ ਤੁਸੀਂ ਰਲਗੜ ਤਾਂ ਉਹਨਾਂ 'ਚ ਹੋਈ ਜਾਂਦੇ ਹੋ। ਹਰ ਇੱਕ ਨੂੰ ਆਪਣਾ ਧਰਮ ਮੁਬਾਰਕ, ਹਰ ਇੱਕ ਨੂੰ ਆਪਣੀ ਮਰਿਆਦਾ ਮੁਬਾਰਕ। ਉਹ ਆਪਣੇ ਧਰਮ ਦੇ ਕਰਮ ਕਰੇ, ਜਮ ਕਰੇ, ਕੋਈ ਕਿੰਤੂ ਨਹੀਂ ਕਰਦਾ। ਉਹ ਕਰੇ ਜਿਹਦਾ ਜਿਹੜਾ ਧਰਮ ਹੈ, ਜਿਹਦੀ ਮਰਿਆਦਾ ਉਹ ਕਰੇ, ਉਹਨੂੰ ਮੁਬਾਰਕ। ਤੇ ਜਿਹਨੂੰ ਵਰਜਿਆ ਹੋਇਆ ਜੇ ਉਹ ਕਰੇ ਤੇ ਲਾਹਨਤ ਆ। ਸਤਿਕਾਰ ਦੇਣਾ ਇੱਕ ਵੱਖਰਾ ਵਿਸ਼ਾ ਹੁੰਦਾ। ਹਰ ਧਰਮ ਦਾ ਸਤਿਕਾਰ, ਹਰ ਦੇਵੀ ਦੇਵਤੇ ਦਾ ਸਤਿਕਾਰ ਆ। ਉਹ ਆਪਣੀ ਜਗ੍ਹਾ ਤੇ ਮੁਬਾਰਕ ਉਹਨਾਂ ਨੂੰ ਜਿਹੜੇ ਮੰਨਦੇ ਨੇ। ਸਾਨੂੰ ਤਾਂ ਉਹਨਾਂ ਨੇ ਜੋ ਗੁਰੂ ਨੇ ਹੁਕਮ ਕੀਤਾ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਬਸ। ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਾਡੇ ਵਾਸਤੇ ਤਾਂ ਜਿਸ ਤਰ੍ਹਾਂ ਕਹਿੰਦੇ ਨਾ ਮੱਕੇ ਤੋਂ ਪਰਾਂ ਜਾੜ ਆ, ਮੁਸਲਮਾਨਾਂ ਵਾਸਤੇ ਕਹਿੰਦੇ ਨਾ ਕਹਾਵਤ ਬਣੀ ਹੋਈ ਕਿ ਮੱਕੇ ਤੋਂ ਪਰਾਂ ਤੋਂ ਜਾੜ ਆ ਮੁਸਲਮਾਨਾਂ ਲਈ। ਸਾਡੇ ਵਾਸਤੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਕੁਛ ਨਹੀਂ ਹੈਗਾ, ਉਸ ਤੋਂ ਉੱਪਰ ਕੁਛ ਨਹੀਂ ਹੈਗਾ। ਜਿੱਥੇ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਆਉਂਦੀ ਆ ਉੱਥੇ ਕੋਈ ਸਮਝੌਤਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ। ਉੱਥੇ ਗੱਲ ਸਿਧਾਂਤਾਂ ਦੀ ਆ ਜਾਂਦੀ ਹੈ, ਗੱਲ ਮਰਿਆਦਾ ਦੀ ਆ ਜਾਂਦੀ ਹੈ। ਬਹੁਤੇ ਜਿਹੜੇ ਸਿਆਣੇ ਅੱਜ ਕੱਲ੍ਹ ਜੰਮ ਪਏ, ਨਵੇਂ ਤੋਂ ਨਵੇਂ ਮੈਂ ਦੇਖਦਾ ਫੇਸਬੁੱਕਾਂ ਦੇ ਉੱਤੇ ਗੱਲਾਂ ਕਰਦੇ ਵੱਡੀਆਂ, ਫਿਰ ਕੀ ਹੋ ਗਿਆ ਜੀ, ਫਿਰ ਕੀ ਹੋ ਗਿਆ ਜੀ। ਰਾਗੀ ਸਿੰਘਾਂ ਨੇ ਉੱਥੇ ਜਨਮ ਅਸ਼ਟਮੀ ਦੇ ਉੱਤੇ ਕ੍ਰਿਸ਼ਨ ਦੀ ਉਪਮਾ ਕਰਤੀ। ਗੁਰਬਾਣੀ ਜੋ ਕਹਿੰਦੀ ਆ ਉਹ ਬੋਲੋ, ਉਹ ਬੋਲੋ ਜੋ ਗੁਰਬਾਣੀ ਕਹਿੰਦੀ ਆ, ਨਾਲ ਅਰਥ ਵੀ ਕਰੋ ਨਾ ਫਿਰ ਉਹਦੇ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ, ਕਰੋ ਅਰਥ, ਬੋਲੋ ਸਟੇਜਾਂ ਦੇ ਉੱਤੇ ਚੜ੍ਹ ਕੇ। ਹੈਗੀ ਹਿੰਮਤ? ਉਦੋਂ ਕਿਉਂ ਨਹੀਂ ਬੋਲਦੇ? ਉਹ ਚੀਜ਼ਾਂ ਚੱਕਦੇ ਹੋ ਤੁਸੀਂ, ਉਹ ਚੀਜ਼ਾਂ ਚੱਕ ਕੇ ਆ ਢੱਡਰੀਆਂ ਵਰਗੇ ਤੇ ਧੁੰਦੇ ਵਰਗੇ ਤੇ ਫੜੇ ਕਿੰਨੇ ਤਿੰਨੇ ਵੇਖਣਾ ਜਿੰਨਾ ਕੋਈ ਉਹ ਪੰਕਤੀ ਚੱਕਣਗੇ ਜਿਹੜੀ ਪੰਕਤੀ ਨੂੰ ਉਹਨਾਂ ਨੇ ਆਪਣੇ ਹਿਸਾਬ ਨਾਲ ਪੇਸ਼ ਕਰ ਲੈਣਾ। ਗੁਰਬਾਣੀ ਦੀ ਉਹ ਪੰਕਤੀ ਚੱਕਣਗੇ, ਅਰਥ ਧੇਲਾ ਨਹੀਂ ਪਤਾ ਹੋਣਗੇ, ਭਾਵੇਂ ਵੀ ਕਿਹੜੇ ਅਰਥ ਨੇ ਆਪਣੇ ਕੋਲ ਵਰਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ। ਹੁਣ ਇਹਦੇ ਅਰਥ ਕਰੋ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ। ਗੱਲ ਪਤਾ ਕੀ ਆ? ਗੱਲ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਉੱਪਰ ਕੁਛ ਨਹੀਂ। ਨਾ ਸਾਨੂੰ ਗੁਰੂ ਤੋਂ ਉੱਪਰ ਕੁਛ, ਨਾ ਸਾਨੂੰ ਨਾ ਮਰਿਆਦਾ ਤੋਂ ਉੱਪਰ ਕੁਛ। ਤੇ ਜੇ ਸਾਨੂੰ ਮਰਿਆਦਾ ਸਾਡੇ ਵਾਸਤੇ ਪ੍ਰਮੁੱਖ ਆ, ਸਿਧਾਂਤ ਪ੍ਰਮੁੱਖ ਆ, ਗੁਰੂ ਪ੍ਰਮੁੱਖ ਆ, ਫਿਰ ਅਸੀਂ ਰਲਗੱਡ ਹੋਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਾਂ? ਫਿਰ ਜਿਹੜਾ ਕੰਮ ਉਹ ਕਰ ਰਹੇ ਨੇ ਅਸੀਂ ਉਹਦਾ ਹਿੱਸਾ ਕਿਉਂ ਬਣ ਰਹੇ ਹਾਂ? ਅਸੀਂ ਉਹਨਾਂ ਨੂੰ ਕਿਉਂ ਕਰਨ ਦੇ ਰਹੇ ਹਾਂ? ਸਾਨੂੰ ਇਹ ਸੋਚਣਾ ਪੈਣਾ ਵੀਰੋ, ਸਾਨੂੰ ਸੋਚਣਾ ਪੈਣਾ। ਸੋਚ ਕੇ ਵਿਚਾਰ ਕੇ ਤੇ ਸਾਨੂੰ ਸਾਰਾ ਕੁਝ ਕਰਨਾ ਪੈਣਾ। ਕਹਿੰਦਾ ਰੋਵੈ ਰਾਮ ਨਿਕਾਲਾ ਭਇਆ, ਜਦ ਰਾਮਚੰਦਰ ਹੋਇਆ ਸੀ, ਜਦੋਂ ਉਸ ਨੂੰ ਦੇਸ਼ ਨਿਕਾਲਾ ਮਿਲਿਆ, ਸੀਤਾ ਲక్ష్మణ ਵਿਛੜ ਗਿਆ ਅਤੇ ਉਹ ਸੀਤਾ ਲక్ష్మణ ਨਾਲੋਂ ਵੱਖਰਾ ਹੋ ਗਿਆ। ਰੋਵੈ 10 ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਆਏ। 10 ਸਿਰਾਂ ਵਾਲਾ ਰਾਵਣ ਜਿਹੜਾ ਸੀ ਉਹ ਲੰਕਾ ਨੂੰ ਗਵਾ ਕੇ ਰੋਣ ਦਿਆ ਸੀ, ਪਰ ਉਹ ਡੱਫ ਵਜਾ ਕੇ ਸੀਤਾ ਨੂੰ ਲੈ ਗਿਆ ਸੀ। ਰੋਵੈ ਪਾਂਡਵ ਭਏ ਮਜ਼ਦੂਰ, ਜਿਨ ਕੈ ਸਵਾਮੀ ਰਹਿ ਧਤੂਰ। ਟਲਵੇ ਬਣ ਕੇ ਵਿਰਲਾਪ ਕੀਤਾ ਪਾਂਡਿਆਂ ਜਿਨ੍ਹਾਂ ਦਾ ਮਾਲਕ ਨਾਲ ਰਹਿੰਦਾ ਸੀ। ਰੋਵੈ ਜਨਮੇਜਾ ਖੋਏ ਗਿਆ, ਰਾਏ ਜਨਮੇਜੇ ਨੇ ਆਪਣੇ ਕੁਰਾਹੇ ਪੈਣ ਉੱਤੇ ਰਦਨ ਕੀਤਾ, ਰੋਇਆ। ਇੱਕ ਹੀ ਕਾਰਨ ਪਾਪੀ ਭਇਆ, ਇਸ ਜੁਰਮ ਦੀ ਖਾਤਰ ਉਹ ਗੁਨਾਹਗਾਰ ਬਣ ਗਿਆ। ਰੋਵੈ ਰਾਜੇ ਕੰਨ ਪੜਾਏ, ਆਪਣੇ ਕੰਨਾਂ ਨੂੰ ਪੜਵਾ ਕੇ ਪਾਤਸ਼ਾਹ ਰੋਂਦੇ ਫਿਰਦੇ ਸੀ ਵੱਡੇ ਵੱਡੇ, ਆਪਣੇ ਆਪ ਨੂੰ ਕਹਿੰਦੇ ਘਰ ਘਰ ਮੰਗਿਆ ਭਿੱਖਿਆ, ਘਰ ਘਰ ਖੈਰ ਮੰਗਦੇ ਫਿਰਦੇ ਸੀ। ਕਰੋ ਅਰਥ। ਪੰਡਤ ਰੋਵੈ ਗਿਆਨ ਗਵਾਏ, ਜਿਹੜਾ ਪੜ੍ਹਦਾ ਜਦੋਂ ਵਿਦਿਆ ਨਿਫਲ ਹੋ ਜਾਂਦੀ ਫਿਰ ਰੋਂਦਾ। ਬਾਲੀ ਰੋਵੈ ਨਾ ਹੀ ਪਧਾਰ, ਮੁਟਿਆਰ ਇਸਤਰੀ ਰੋਂਦੀ ਕਿਉਂਕਿ ਉਹਦਾ ਪਤੀ ਨਹੀਂ ਹੈਗਾ। ਨਾਨਕ ਦੁਖੀਆ ਸਭ ਸੰਸਾਰ। ਅਰਥ ਕਰੋ ਤਾਂ ਸਹੀ। ਫਿਰ ਰਾਮ ਜੀ ਦੀ ਗੱਲ ਕੀਤੀ ਹੈ ਜੀ, ਰਾਮ ਦੀ ਉੱਠ ਕੇ ਕਹਿਣਗੇ ਹਰ ਜਗ੍ਹਾ ਰਾਮ, ਕੇਸ ਰਾਮ ਦੀ ਗੱਲ ਕੀਤੀ ਹੈ, ਰਮੇ ਹੋਏ ਰਾਮ ਦੀ ਗੱਲ ਕੀਤੀ ਹੈ। ਜਿਸ ਰਾਮ ਦੀ ਤੁਸੀਂ ਗੱਲ ਕਰਦੇ ਹੋ ਉਸ ਰਾਮ ਦੀ ਗੱਲ ਤਾਂ ਫਿਰ ਆਹ ਅੰਗ 953 ਦੇ ਉੱਤੇ ਕੀਤੀ ਹੋਈ ਆ। 953 ਰੰਗ ਤੇ ਕੀਤੀ ਹੋਇਆ ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਪਹਿਲੀ ਪਾਤਸ਼ਾਹੀ। ਦਹਿਸਰ ਦਾਨ ਦੇ ਇੰਦਰ ਰਵਾਇਆ, ਭਗਦੇ 1000 ਚਿੰਨ੍ਹਾਂ ਦੀ ਸਜ਼ਾ ਮਿਲਣ ਤੋਂ ਬਾਅਦ ਇੰਦਰ ਰੋਇਆ।
ਇੰਦਰ ਦੇ ਭਗਤ ਸਾਰੇ ਨੇ ਸਾਖੀ ਸੁਣੀ ਹੈ ਨਾ, ਜਦੋਂ ਉਹਨੇ ਅਹਿਲਿਆ ਦੇ ਉੱਤੇ ਮਾੜੀ ਨਿਗਾਹ ਰੱਖੀ ਤੇ ਸਰੀਰ ਦੇ ਉੱਤੇ ਹਜ਼ਾਰਾਂ ਚਿੰਨ੍ਹ ਭਾਗਦੇ ਬਣ ਗਏ, ਗੁਪਤ ਅੰਗ ਦੇ ਬਣ ਗਏ। ਅਰਥ ਕਰਨ ਦੀ ਜਿਹੜੀ ਗੱਲ ਕਰਦੇ ਆ। ਦੂਸਰੀ ਗੱਲ, ਜਿਹੜੇ ਕਹਿੰਦੇ ਨੇ ਜੀ ਦਸਮ ਗ੍ਰੰਥ ਅਸ਼ਲੀਲ ਆ, ਉਹਨਾਂ ਦੇ ਮੂੰਹ ਤੇ ਚਪੇੜ ਆ। ਜੇ ਦਸਮ ਗ੍ਰੰਥ ਅਸ਼ਲੀਲ ਆ, ਉਹ ਤੁਸੀਂ ਕਹਿੰਦੇ ਅਸ਼ਲੀਲ ਗੱਲਾਂ ਲਿਖੀਆਂ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਭਾਗ ਦੇ ਅਰਥ ਕੀ ਕਰੋਗੇ? ਨਾਲ ਨਾਲ ਇਹਨਾਂ ਗੱਲਾਂ ਦਾ ਜਵਾਬ ਵੀ ਲੈ ਲਓ। ਕੀ ਅਰਥ ਕਰੋਗੇ ਭਾਗ ਦੇ? ਭਾਗ ਕਿਹਨੂੰ ਕਹਿੰਦੇ ਨੇ? ਸਰੀਰ ਤੇ ਚੇਨ ਜਿਹੜੇ ਭਾਗ ਹੋਏ ਉਹਦੇ ਇੰਦਰ ਦੇ ਕਿਹਨੂੰ ਕਿਹਾ ਭਾਗ? ਮੂਰਖ ਮਤੋ ਅਰਥ ਕੀਤੇ ਜਾਂਦੇ ਨੇ, ਤਰੀਕੇ ਨਾਲ ਸਲੀਕੇ ਨਾਲ ਗੱਲ ਕੀਤੀ ਜਾਂਦੀ ਆ। ਕਹਿਣਾ ਪੰਜਾਬੀ 'ਚ ਕਹਿੰਦਾ ਕਿਸੇ ਨੂੰ, ਜੇ ਕਿਸੇ ਨੂੰ ਕਹਿਣਾ ਹੋਵੇ ਓਏ ਉਹ ਤੇਰਾ ਪਿਓ ਜਾਂਦਾ, ਇਹਨੂੰ ਬਦਲ ਦੋ, ਉਹਦਾ ਤੇਰੀ ਮਾਂ ਦਾ ਖਸਮ ਜਾਂਦਾ, ਗਾਲ ਹੋ ਜਾਊਗੀ। ਜੇ ਕਹੇ ਵੀ ਤੇਰਾ ਬਾਪ ਜਾਂਦਾ, ਤੇਰਾ ਪਿਓ ਜਾਂਦਾ, ਨੋਰਮਲ ਗੱਲ ਆ। ਜੇ ਕਹੇ ਤੇਰੀ ਮਾਂ ਦਾ ਖਸਮ ਜਾਂਦਾ, ਉਹ ਗਾਲ ਹੋ ਜਾਊਗੀ। ਜੇ ਕਹਿੰਦੇ ਮਾਮਾ ਜਾਂਦਾ, ਕਿ ਤੇਰੇ ਪਿਓ ਦਾ ਸਾਲਾ ਜਾਂਦਾ, ਗਾਲ ਆ। ਕਿ ਮਾਮਾ ਜਾਂਦਾ, ਗਾਲ ਨਹੀਂ ਹੈਗੀ। ਸੋ ਇਸੇ ਤਰ੍ਹਾਂ ਸਾਨੂੰ ਜੇ ਗੁਰੂ ਸਾਹਿਬ ਨੇ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਦਿੱਤਾ, ਬਖਸ਼ਿਆ, ਤੇ ਅਰਥ ਕਰਨ ਦੀ ਗੱਲ ਕੀਤੀ, ਤੇ ਸਾਨੂੰ ਉਹ ਚੀਜ਼ਾਂ ਸਮਝਾਈਆਂ। ਸਹਿੰਸਰਦਾਨ ਦੇ ਅੰਦਰ ਰਵਾਇਆ, ਪਰਸਰਾਮ ਰੋਵੈ ਘਰ, ਪਰਸਰਾਮ ਰੋਂਦਾ ਹੋਇਆ ਆਪਣੇ ਘਰ ਨੂੰ ਮੁੜ ਕੇ ਆਇਆ। ਅਜੇ ਸਰੋਵਾ ਭੀਖਿਆ ਖਾਏ, ਜਾਂ ਦਾਨ ਕੀਤਾ ਹੋਇਆ ਗੋਹਾ ਖਾਣਾ ਪਿਆ, ਅਜੇ ਨੇ ਵਿਰਲਾਪ ਕੀਤਾ, ਐਸੀ ਦਰਗਾਹ ਮਿਲੇ ਸਜਾਏ। ਇਹੋ ਜਿਹੇ ਦੰਡ ਰੱਬ ਦੇ ਦਰਬਾਰ ਨੂੰ ਮਿਲਦੇ। ਰੋਵੈ ਰਾਮ ਨਿਕਾਲਾ ਭਇਆ, ਜਦ ਰਾਮ ਚੰਦਰ ਰੋਇਆ ਸੀ ਜਦੋਂ ਉਸ ਨੂੰ ਦੇਸ਼ ਨਿਕਾਲਾ ਹੋਇਆ। ਸੀਤਾ ਲਕਸ਼ਮਣ ਵਿਛੜ ਗਿਆ ਅਤੇ ਉਹ ਸੀਤਾ ਲਕਸ਼ਮਣ ਨਾਲੋਂ ਵੱਖਰਾ ਹੋ ਗਿਆ। ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡਾਰੂ ਆਏ। 10 ਸਿਰਾਂ ਵਾਲਾ ਰਾਵਣ ਲੰਕਾ ਨੂੰ ਗਵਾ ਕੇ ਰੋਂਦਾ, ਕਿਉਂਕਿ ਉਹ ਸੀਤਾ ਨੂੰ ਲੈ ਗਿਆ ਸੀ। ਗੱਲ ਇੱਥੇ ਇਹ ਆ, ਗੁਰਬਾਣੀ ਦੇ ਵਿੱਚ ਗੁਰਮਤਿ ਦੇ ਅਨੁਸਾਰ ਗੁਰੂ ਸਾਹਿਬ ਨੇ ਜੋ ਦਰਜ ਕੀਤਾ, ਕਰੋ ਗੱਲ ਉਹਦੀ। ਜੋ ਗੁਰੂ ਕਹਿੰਦਾ, ਜੋ ਗੁਰਬਾਣੀ ਕਹਿੰਦੀ ਅਰਥਾਂ ਸਮੇਤ ਕਰੋ ਗੱਲ। ਰੋਕਦਾ ਕੌਣ ਆ? ਕੌਣ ਰੋਕਦਾ? ਕੋਈ ਨਹੀਂ ਰੋਕਦਾ। ਗੁਰਬਾਣੀ ਪੜ੍ਹਨ ਤੋਂ ਕੋਈ ਨਹੀਂ ਰੋਕਦਾ। ਰੋਕ ਇਸ ਚੀਜ਼ ਤੋਂ ਰਹੇ ਆ ਵੀ ਗੁਰਮਤਿ ਤੋਂ ਉਲਟ ਜਾ ਕੇ ਕੰਮ ਨਾ ਕਰੋ। ਇਹ ਪਿਰਤਾਂ ਨਾ ਪਾਓ, ਬਹੁਤ ਮਾੜੀਆਂ ਹੋਣਗੀਆਂ ਪਿਰਤਾਂ। ਜੇ ਤੁਸੀਂ ਪਿਰਤਾਂ ਪਾਉਂਦੇ ਰਹੇ ਤੇ ਤੁਹਾਡੇ ਉਹ ਜਿਹੜਾ ਜੜੀ ਤੇਲ ਪਾ ਰਹੇ ਨੇ ਨਾ, ਉਹ ਐਡੀ ਵੱਡੀ ਗਿਣਤੀ 'ਚ ਪਾ ਦੇਣਗੇ, ਜਿਵੇਂ ਬਹੁਤ ਧਰਮ ਨੂੰ ਤੇ ਦੂਜੇ ਧਰਮਾਂ ਨੂੰ ਨਿਗਲ ਲਿਆ ਨਾ ਅਗਲਿਆਂ ਨੇ, ਇੱਦਾਂ ਨਿਗਲ ਜਾਣਗੇ। ਬੇਸ਼ੱਕ ਹਮੇਸ਼ਾ ਮੈਂ ਕਹਿੰਦਾ ਖਾਲਸਾ ਪੰਥ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਪ੍ਰਤੀਕ ਰਹਿਣਾ, ਪਰ ਜਦੋਂ ਅਗਲੇ ਜੜੀ ਤੇਲ ਪਾਉਂਦੇ ਆ ਨਾ, ਤੇ ਕਿਤੇ ਨਾ ਕਿਤੇ ਉਸ ਰੁੱਖ ਨੂੰ ਨੁਕਸਾਨ ਤਾਂ ਹੁੰਦਾ ਨਾ। ਭਾਵੇਂ ਪੱਤੇ ਹੀ ਝੜ ਜਾਣ, ਉਹਦੇ ਕੁਛ ਟਾਹਣੀਆਂ ਹੀ ਟੁੱਟ ਜਾਣ, ਟੁੱਟਦੀਆਂ ਤਾਂ ਹੈਗੀਆਂ ਨਾ, ਨੁਕਸਾਨ ਤਾਂ ਹੁੰਦਾ ਕਿ ਨਹੀਂ। ਥੋੜ੍ਹਾ ਜਿਹਾ ਸਿਆਣੇ ਬਣੀਏ, ਮੱਤ ਤੋਂ ਕੰਮ ਲਈਏ, ਪਖੰਡਵਾਦ ਦੇ ਵਿੱਚ ਨਾ ਵੜੀ ਜਾਈਏ, ਭੇਡ ਚਾਲ 'ਚ ਨਾ ਵੜੀਏ, ਭੇਡਾਂ ਨਾ ਬਣੀਏ, ਭੇਡਾਂ ਨਾ ਬਣੀਏ। ਵਿਲੱਖਣਤਾ ਦਾ ਸਰੂਪ ਜਿਹੜਾ ਸਾਡਾ, ਉਸ ਵਿਲੱਖਣਤਾ ਦੇ ਸਰੂਪ ਦੀ ਗੱਲ ਕਰੀਏ। ਮਹਾਰਾਜ ਨੇ ਬੜਾ ਸਪਸ਼ਟ ਕੀਤਾ, ਕੋਈ ਦੋ ਰਾਵਾਂ ਨਹੀਂ ਕੀਤੀਆਂ। ਮਹਾਰਾਜ ਨੇ ਬੜਾ ਕਲੀਅਰ ਕਰਤਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਬਸ ਇੱਥੇ ਗੱਲ ਖਤਮ ਕਰ ਦਿੱਤੀ ਵੀ ਰਹਿਤ ਪਿਆਰੀ ਮੈਨੂੰ ਸਿੱਖ ਨਹੀਂ ਪਿਆਰਾ। ਜੇ ਰਹਿਤ ਨਹੀਂ ਹੈਗੀ, ਮੇਰਾ ਸਿੱਖ ਹੀ ਨਹੀਂ ਹੈਗਾ। ਇਹ ਹੁਣ ਤੁਸੀਂ ਫੈਸਲਾ ਕਰ ਲਓ ਵੀ ਤੁਸੀਂ ਰਹਿਤ ਰੱਖ ਕੇ ਸਿੱਖ ਬਣਨਾ, ਕਿ ਜਾਂ ਤੁਸੀਂ ਰਹਿਤ ਛੱਡ ਕੇ ਤੇ ਬੇਮੁਖ ਹੋਣਾ। ਫਿਰ ਕਿਤਾ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਹੋ ਜਾਓ ਬੇਮੁਖ, ਖਾਓ ਚਪੇੜਾ। ਜਿੱਦਾਂ ਹੁਣ ਕੁੱਟ ਪੈਂਦੀ ਆ ਨਾ, ਇਕੱਲੇ ਇਕੱਲੇ ਤੁਰੇ ਫਿਰਦੇ ਆ, ਆਪੋ ਆਪਣੀਆਂ ਡਫਲੀਆਂ, ਆਪੋ ਆਪਣੇ ਰਾਗ, ਆਪੋ ਆਪਣੀ ਜਥੇਬੰਦੀਆਂ, ਆਪੋ ਆਪਣਾ ਸਿਸਟਮ ਬਣਾ ਕੇ ਤੁਰੇ ਫਿਰਦੇ ਆ। ਫਿਰ ਅਗਲੇ ਕੁੱਟਦੇ ਨੇ, ਅਗਲੇ ਫਿਰ ਪਿੱਟਦੇ ਆ। ਉਹ ਚੜ੍ਹ ਕੇ ਆਉਂਦੇ ਨੇ ਸਾਡੇ ਸਿੰਘਾਂ ਨੂੰ, ਚੜ੍ਹਾ ਕੇ ਪ੍ਰਵੋਕ ਕਰਦੇ ਨੇ, ਫਿਰ ਜੇਲ੍ਹਾਂ 'ਚ ਡੱਕਦੇ ਨੇ, ਸਜ਼ਾਵਾਂ ਹੋ ਜਾਂਦੀਆਂ। ਫਿਰ ਅਸੀਂ ਇਹ ਵੀ ਕਹਿੰਦੇ ਸਾਡੇ ਬੰਦੀ ਸਿੰਘ ਛਡਾਈਏ, ਠੀਕ ਹੈ। ਨਵੇਂ ਤੋਂ ਨਵੇਂ ਉਹ ਬੱਚਿਆਂ ਨੂੰ ਚੱਕ ਕੇ ਜੇਲ੍ਹਾਂ ਸੁੱਟੀ ਜਾਂਦੇ ਨੇ। ਕਿਉਂ? ਕਿਉਂਕਿ ਇਕੱਠੇ ਨਹੀਂ ਹੈਗੇ, ਹਾਂ ਦਾ ਨਾਰਾ ਹੀ ਨਹੀਂ ਮਾਰਦੇ, ਖੜੇ ਨਹੀਂ ਹੁੰਦੇ ਜਦੋਂ ਜ਼ੁਲਮ ਹੁੰਦਾ। ਮੁਸੀਬਤ ਪੈ ਗਈ ਕਾਲੀ ਦੇ, ਪੈ ਗਈ, ਕਾਲੀ ਆਪੇ ਜਾਣੇ, ਕਾਲੀ ਦਾ ਟੱਬਰ ਜਾਣੇ, ਸਾਨੂੰ ਕੀ ਲੋੜ ਪਈ ਆ? ਅਸੀਂ ਕਿਹਾ ਸੀ ਕਾਲੀ ਨੂੰ ਕੰਮ ਕਰ। ਗੱਲ ਇੱਥੇ ਨਹੀਂ ਹੈਗੀ ਵੀ ਤੁਸੀਂ ਸਾਨੂੰ ਕਿਹਾ ਸੀ ਕਿ ਨਹੀਂ ਸੀ ਕਰਨ ਵਾਸਤੇ। ਗੱਲ ਇੱਥੇ ਹੈ ਵੀ ਆਪਣਾ ਫਰਜ਼ ਬਣਦਾ ਕਿ ਨਹੀਂ ਬਣਦਾ, ਕਿ ਅਸੀਂ ਖੜੀਏ ਆਪਣਿਆਂ ਦੇ ਨਾਲ। ਫਿਰ ਅਗਲੇ ਆਹ ਕੁਛ ਕਰਦੇ ਜੋ ਤਾਂ ਸਾਹਮਣੇ ਹੋ ਰਿਹਾ। ਉੱਤਰਾਖੰਡ ਕੀ ਦੂਜੇ ਤੀਜੇ ਸੂਬਿਆਂ ਜਦੋਂ ਸਿੱਖਾਂ ਨੂੰ ਕੁੱਟ ਪੈਂਦੀ ਆ, ਅਸੀਂ ਕੀ ਕਰਦੇ ਹਾਂ? ਫੇਸਬੁੱਕ 'ਤੇ ਪੋਸਟ ਪਾਉਂਦੇ ਹਾਂ ਆਪਣਾ, ਸਾਡਾ ਜੀ ਫੇਸਬੁੱਕ 'ਤੇ ਪੋਸਟ ਪਾ ਕੇ ਫਰਜ਼ ਪੂਰਾ ਹੋ ਗਿਆ। ਕੀ ਕਦੀ ਕਿਸੇ ਨੇ ਕੋਸ਼ਿਸ਼ ਕੀਤੀ ਵੀ ਆਓ 200-400 ਬੰਦਾ ਇਕੱਠਾ ਹੋ ਕੇ ਚੱਲੀਏ ਯਾਰ, ਪੁੱਛੀਏ ਜਾ ਕੇ? ਉਹ ਦੇਖੋ ਕਿੱਦਾਂ ਉਹ ਹਰਕੀ ਪੌੜੀ ਦੇ ਅਗਲੇ ਨੇ ਉਹ ਸਥਾਨ ਹੀ ਸਾਰਾ ਜਿਹੜਾ ਉਹ ਕਰ ਲਿਆ, ਰਲਗੜ ਕਰਤਾ, ਰਲਾ ਲਿਆ।
ਗੁਰੂ ਨਾਨਕ ਪਾਤਸ਼ਾਹ ਦਾ। ਮੰਗੂ ਮੱਠ ਵਾਲਾ ਇਤਿਹਾਸ ਤੁਹਾਨੂੰ ਪਤਾ ਹੀ ਮੰਗੂ ਮੱਠ ਕੀ ਬਣਿਆ। ਬੜੀਆਂ ਚੀਜ਼ਾਂ ਨੇ, ਇੱਧਰ ਧਿਆਨ ਕਰੀਏ। ਇੱਥੇ ਇਹ ਨਾ ਕਿ ਨਿੱਕੂ ਚਲ ਗਿਆ ਉੱਥੇ ਡੇਰੇ ਕਿਸੇ, ਹਾਏ ਜੀ ਨਿੱਕੂ ਮਰ ਗਿਆ ਜੀ, ਨਿੱਕੂ ਤੇ ਗਰੀਬੀ ਆ ਗਈ ਜੀ, ਨਿੱਕੂ ਉਹ ਯਾਰ ਕੰਜਰਪਣਾ ਕਰਦਾ, ਉਹਨੂੰ ਕਰਦਾ ਕੰਜਰਪਣਾ ਉਹ ਨੁਕਸਾਨ ਕਰਾ ਲਿਆ ਆਪਣਾ ਉਹਨੇ। ਜਿੰਨਾ ਚਿਰ ਕੰਜਰਪਣਾ ਚੱਲਿਆ ਨਹੀਂ ਚੱਲਿਆ ਗੱਲ ਖਤਮ, ਹੋਰ ਕੰਮ ਕਰ ਲਏ। ਫਿਰ ਚਲ ਗਿਆ ਡੇਰੇ ਧੱਠੇ ਖੂਜ ਪਵੇ, ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਗੁਰੂ ਨੂੰ ਛੱਡ ਕੇ ਚਲ ਗਿਆ, ਉਹਦੀਆਂ ਗਲੀਆਂ ਗੱਲਾਂ ਕਰਨੀਆਂ ਤੁਸੀਂ, ਉਹਨੂੰ ਕਿਧਰ ਮੂੰਹ ਲਾਉਣਾ ਤੁਸੀਂ। ਸਾਡੇ ਵਾਲੇ ਚੱਕ ਕੇ ਵਿਦਵਾਨ ਆਖੇ ਜੀ ਉਹ ਤਾਂ ਬਹੁਤ ਸਮਾਂ ਮਾੜਾ ਆ ਗਿਆ, ਆਖੇ ਜੀ ਡੋਲ ਜਾਂਦੇ ਆ, ਜਦੋਂ ਸਮਾਂ ਮਾੜਾ ਆਉਂਦਾ ਫਿਰ ਉਹਨਾਂ ਨੂੰ ਕਿੱਥੇ ਰੱਖਦੇ ਜੇ, ਉਹ ਨਾ ਡੋਲ ਪਏ। ਬੰਦਾ ਸਿੰਘ ਬਹਾਦਰ ਕਿਉਂ ਨਾ ਡੋਲ ਪਿਆ, ਬੱਚੇ ਦਾ ਮੂੰਹ ਦੇ ਵਿੱਚ ਕਲੇਜਾ ਕੱਢ ਕੇ ਪਾਤਾ, ਉਹਨਾਂ ਡੋਲਿਆ। ਉਹ ਵੀ ਕਹਿ ਦਿੰਦਾ ਨਹੀਂ ਭਾਈ ਮੇਰੇ ਬੱਚੇ ਨੂੰ ਨਾ ਮਾਰੋ, ਮੈਂ ਤੁਹਾਡੀ ਨਹੀਂ ਮੰਨਦਾ। ਕੀ ਇਹਨੂੰ ਸੱਚਖੰਡ ਸੀ ਦਰਬਾਰ ਸਾਹਿਬ ਨਹੀਂ ਸੀ ਦਿਖਦਾ? ਕੀ ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਿਖਦੇ ਨਹੀਂ ਸੀ? ਉੱਥੇ ਰੋਂਦਾ ਕਿ ਨੱਕ ਰਗੜਦਾ, ਉਹਦੇ ਗਲੀ ਰੋਂਦਾ ਆ ਕੇ। ਪੱਗ ਬੰਨ੍ਹ ਕੇ ਆਉਂਦਾ, ਫਿਰ ਟੋਪੀ ਪਾਉਣ ਦੀ ਲੋੜ ਨਹੀਂ ਸੀ ਪੈਣੀ, ਮੂੰਹ ਲੁਕਾਉਣ ਦੀ ਲੋੜ ਨਹੀਂ ਸੀ ਪੈਣੀ। ਪੱਗ ਬੰਨ੍ਹ ਕੇ ਦਸਤਾਰ ਬੰਨ੍ਹ ਕੇ ਸ਼ਾਨ ਨਾਲ ਆਉਂਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ, ਆ ਕੇ ਨੱਕ ਰਗੜਦਾ, ਰੋਂਦਾ ਬਹਿੰਦਾ ਆ ਕੇ ਉਹਦੀ ਹਜ਼ੂਰੀ 'ਚ। ਕਿਉਂ ਨਾ ਸੁਣਦਾ? ਉਹ ਬਿਲਕੁਲ ਸੁਣਦਾ, ਪਰ ਭਰੋਸਾ ਹੀ ਨਹੀਂ ਹੈਗਾ। ਸਾਡੇ ਵਾਲੇ ਚੱਕ ਕੇ ਤੇ ਫੜ ਕੇ ਬਣਾ ਦਿੰਦੇ ਆ, ਸਿਰ ਤੇ ਚੱਕ ਲੈਂਦੇ ਆ। ਫੇਸਬੁੱਕ ਮਿਲੀ ਹੋਈ ਆ, ਬਸ ਬਾਦਰ ਹੱਥ ਬੰਦੂਕ ਵਾਲਾ ਹਿਸਾਬ ਆ, ਜਿੱਧਰ ਮੂੰਹ ਕੀਤਾ ਉਹਨੂੰ ਚਲਾਤੀ। ਭੇਡਾਂ ਦੇ ਬਹਿਣ ਨੂੰ ਜਿੱਧਰ ਨੂੰ ਇੱਕ ਤੁਰਿਆ ਮਗਰੇ ਤੁਰ ਪੈਂਦੀਆਂ ਸਾਰੀਆਂ। ਦੂਜਿਆਂ ਨੂੰ ਤਾਂ ਭੇਡਾਂ ਕਹਿੰਦੇ, ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਸੱਚ ਨੂੰ ਸੱਚ ਕਹੋ, ਗਲਤ ਨੂੰ ਗਲਤ ਕਹੋ, ਗਲਤ ਦਾ ਵਿਰੋਧ ਕਰੋ, ਫਿਰ ਪਤਾ ਲੱਗੇ ਵੀ ਯਾਰ ਹਾਂ ਬੰਦਾ ਮਰਦਾਂ ਵਾਲੀ ਗੱਲ ਕਰਦਾ। ਇਹ ਥੋੜ੍ਹੀ ਵੀ 10 ਬੰਦੇ ਗੱਲ ਕਰ ਰਹੇ ਨੇ ਤੇ ਉਹ ਝੂਠ ਮਾਰ ਰਹੇ ਨੇ ਤੇ ਅਸੀਂ ਉਸ ਝੂਠ ਸ਼ਾਮਲ ਹੋ ਜਾਈਏ। ਉਹ ਫਰੇਬ ਕਰ ਰਹੇ, ਅਸੀਂ ਫਰੇਬ ਸ਼ਾਮਲ ਹੋ ਜਾਈਏ। ਕਿਉਂ? ਜਨਮ ਅਸ਼ਟਮੀ ਮਨਾਉਣ ਭਾਈ, ਉਹਨਾਂ ਨੂੰ ਮੁਬਾਰਕ ਜਨਮ ਅਸ਼ਟਮੀ। ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਮਨਾਉਣ, ਰਾਮ ਭਗਵਾਨ ਦੀ ਮਨਾਉਣ, ਯਾਦਗਾਰ ਜਿਹਦੀ ਮਰਜ਼ੀ ਮਨਾਉਣ, ਕੌਣ ਰੋਕਦਾ? ਬੇੜਾ ਗਰਕ ਹੋਇਆ ਸਾਡੇ ਪ੍ਰਬੰਧਕਾਂ ਦਾ, ਕਮੇਟੀਆਂ ਦਾ, ਜਿਹੜੀਆਂ ਇਜਾਜ਼ਤ ਦੇ ਦਿੰਦੀਆਂ, ਜਿਹੜੀਆਂ ਗੁਰੂ ਘਰਾਂ ਵਿੱਚ ਇਹ ਕੁਛ ਕਰਨ ਦਿੰਦੀਆਂ। ਮੁਸਲਮਾਨ ਭਰਾ ਨਮਾਜ਼ ਪੜ੍ਹਦਾ, 5 ਵਕਤ ਨਮਾਜ਼ੀ ਆ, ਉਹ ਆਪਣੀ ਨਮਾਜ਼ ਪੜ੍ਹੇ ਆਪਣੀ ਮਰਿਆਦਾ ਅਨੁਸਾਰ, ਉਹਨੂੰ ਕੌਣ ਰੋਕਦਾ? ਤੁਸੀਂ ਕਹਿੰਦੇ ਹੋ ਗੁਰੂ ਘਰ 'ਚ ਨਮਾਜ਼ ਪੜ੍ਹ ਲਓ, ਆ ਕੇ ਮੱਥਾ ਟੇਕ ਸਕਦਾ ਉਹ, ਪਰ ਜੇ ਉਹਨੂੰ ਤਾਂ ਧਰਮ ਇਜਾਜ਼ਤ ਦਿੰਦਾ ਫਿਰ ਮੱਥਾ ਟੇਕੇ ਉਹ, ਜੇ ਉਹਨੂੰ ਤਾਂ ਧਰਮ ਨਹੀਂ ਇਜਾਜ਼ਤ ਦਿੰਦਾ ਫਿਰ ਨਹੀਂ ਟੇਕਦਾ। ਜੇ ਉਹ ਆਪਣੀ ਮਰਿਆਦਾ ਆਪਣੇ ਸਿਧਾਂਤ 'ਤੇ ਖੜਿਆ, ਧਰਮ ਮੁੱਖ ਹੈ। ਜਿਹੜਾ ਧਰਮ ਤੁਹਾਨੂੰ ਬਖਸ਼ਿਆ ਗਿਆ, ਉਸ ਧਰਮ ਨੂੰ ਪ੍ਰਮੁੱਖ ਰੱਖਣਾ, ਉਸ ਧਰਮ ਦੀ ਮਰਿਆਦਾ ਨੂੰ ਮੁੱਖ ਰੱਖਣਾ, ਉਸ ਧਰਮ ਦੇ ਸਿਧਾਂਤਾਂ ਨੂੰ ਮੁੱਖ ਰੱਖਣਾ। ਇਹ ਥੋੜ੍ਹੀ ਵੀ ਕਿਸੇ ਨੇ ਉਹ ਵੇਖਿਆ ਵੀ ਇੱਧਰਲੇ ਬੰਨੇ ਭੇਡਾਂ ਦੀ ਗਿਣਤੀ ਜ਼ਿਆਦਾ ਤੇ ਹਾਏ ਜੇ ਮੈਂ ਸੱਚ ਬੋਲੂੰਗਾ ਤਾਂ ਮੈਂ ਇਕੱਲਾ ਰਹਿ ਜਾਊਂਗਾ, ਫਿਰ ਨਹੀਂ ਗੱਲ ਬਣਨੀ। ਫਿਰ ਤਾਂ ਤੁਸੀਂ ਤੁਰ ਪਿਓ ਸਰਾ, ਜਿਹੜੇ ਤੁਹਾਨੂੰ ਤੋਰਨਾ ਚਾਹੁੰਦੇ ਨੇ ਉਹ। ਥੋੜ੍ਹਾ ਜਿਹਾ ਸਿਆਣੇ ਬਣੀਏ, ਇਹਨੂੰ ਵਰਤੋਂ। ਮਹਾਰਾਜ ਨੇ ਬਖਸ਼ਿਆ, ਇਹਨੂੰ ਜਿੰਨਾ ਵਰਤੋਂਗੇ ਘਸਾਓਗੇ ਨਾ, ਓਨਾ ਹੀ ਜ਼ਿਆਦਾ ਕੰਮ ਕਰੂਗਾ। ਤੇ ਜੇ ਲੋਕਾਂ ਦੇ ਇੱਕ ਵਹਿਣ ਦੇ ਵਿੱਚ ਵਗੋਗੇ ਫਿਰ ਤਾਂ ਚੜ੍ਹਦੀ ਗਲਾ, ਫਿਰ ਤਾਂ ਫਾਇਦਾ ਹੀ ਕੋਈ ਨਹੀਂ। ਫਿਰ ਤਾਂ ਦੂਜਿਆਂ ਨੂੰ ਭੇਡਾਂ ਕਹਿੰਦੇ ਆ, ਫਿਰ ਸਾਡੇ 'ਤੇ ਉਹਨਾਂ 'ਚ ਕੀ ਫਰਕ ਰਹਿ ਗਿਆ? ਸੋ ਫੇਸਬੁੱਕਾਂ ਤੋਂ ਬਾਹਰ ਨਿਕਲੋ, ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੋ। ਬਾਹਰ ਨਿਕਲ ਕੇ ਸੱਚ ਨੂੰ ਸਮਝੋ, ਸਾਡੇ ਸਿਧਾਂਤਾਂ ਨੂੰ, ਸਾਡੇ ਇਤਿਹਾਸ ਨੂੰ ਸਮਝੋ। ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣਾ ਕੁਛ ਮਾੜਾ ਨਹੀਂ, ਉਹਨਾਂ ਵੀਰਾਂ ਨੂੰ, ਹਿੰਦੂ ਭਰਾਵਾਂ ਨੂੰ ਮੁਬਾਰਕ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਨਾਚ ਕਰਨਾ, ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਿਹੜਾ ਉਹ ਮਰਿਆਦਾ ਭੰਗ ਕਰਨੀ, ਇਹਦੀ ਇਜਾਜ਼ਤ ਬਿਲਕੁਲ ਪੰਥ ਨਹੀਂ ਦਿੰਦਾ। ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਿੰਦੇ ਨੇ, ਨਾ ਸਿਧਾਂਤ ਦਿੰਦਾ, ਨਾ ਮਰਿਆਦਾ ਦਿੰਦੀ ਹੈ, ਤੇ ਨਾ ਦੇਣੀ ਬਣਦੀ ਹੈ। ਫਿਰ ਤਾਂ ਜਿਹੜੇ ਡਿਫੈਂਡ ਕਰਨ ਵਾਲੇ ਨੇ, ਕੱਲ੍ਹ ਨੂੰ ਮੱਸੇ ਰੰਗਣ ਨੂੰ ਵੀ ਡਿਫੈਂਡ ਕਰਨਗੇ। ਤੁਸੀਂ ਦੇਖੀ ਜਾਇਓ, ਕੱਲ੍ਹ ਨੂੰ ਮੱਸੇ ਰੰਗਣ ਨੂੰ ਵੀ ਡਿਫੈਂਡ ਕਰਨਗੇ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਗਲਤ ਕੀਤਾ ਸਿਰ ਵੱਢ ਕੇ। ਇਹ ਵੀ ਕਹਿਣਗੇ ਕਹਿਣ ਵਾਲੇ ਤਾਂ ਫਿਰ। ਸੋ ਥੋੜ੍ਹਾ ਜਿਹਾ ਸਿਆਣੇ ਬਣੀਏ, ਬਾਣੀ ਪੜ੍ਹੀਏ, ਬਾਣੀ ਵਿਚਾਰੀਏ, ਆਪਣਾ ਇਤਿਹਾਸ ਪੜ੍ਹੀਏ, ਆਪਣੀ ਮਰਿਆਦਾ ਪੜ੍ਹੀਏ, ਆਪਣੇ ਸਿਧਾਂਤ ਪੜ੍ਹੀਏ। ਪਤਾ ਲੱਗੇ ਸਾਨੂੰ ਅਸੀਂ ਕੌਣ ਆ, ਸਾਡੇ ਫਲਸਫੇ ਕੀ ਨੇ, ਸਾਡੇ ਸਿਧਾਂਤ ਕੀ ਨੇ, ਸਾਡੀ ਮਰਿਆਦਾ ਕੀ ਹੈ, ਅਸੀਂ ਕਿੱਥੋਂ ਪੈਦਾ ਹੋਏ ਹਾਂ, ਕੀ ਸਾਨੂੰ ਵਿਲੱਖਣਤਾ ਪਾਤਸ਼ਾਹ ਨੇ ਬਖਸ਼ੀ ਹੈ। ਉਹ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ, ਇਹਦਾ ਕਨਸੈਪਟ ਕੀ ਹੈ?
खालसा मेरो रूप है खास, खालसे मैं हूँ करो निवास, खालसा मेरी जान की जान, खालसे मैं हूँ पिंड प्राण। पातशाह ने तो बरोबर छाती नाल लाया थानू, अपना रूप बख्शिया थानू पातशाह ने। ਕਿਹੜਾ ਮੈਨੂੰ ਦੱਸ ਦਿਓ ਇਤਿਹਾਸ, ਇੰਨੇ ਵੱਡੇ ਵੱਡੇ ਇਤਿਹਾਸ ਨੇ, ਇੰਨੇ ਪੈਗੰਬਰ ਹੋਏ ਨੇ, ਇੰਨੇ ਦੇਵੀ ਦੇਵਤੇ ਹੋਏ ਨੇ, ਕੀ ਕਦੀ ਵੀ ਮੈਨੂੰ ਦੱਸ ਦਿਓ ਇਤਿਹਾਸ ਦੇ ਵਿੱਚੋਂ ਕੱਢ ਕੇ ਜਿਹਨੇ ਇਹ ਕਿਹਾ ਹੋਵੇ ਆਪਣੇ ਚੇਲਿਆਂ ਨੂੰ, ਆਪਣੇ ਬਾਲਕਾਂ ਨੂੰ ਵੀ ਮੇਰਾ ਰੂਪ ਜੇ ਤੁਸੀਂ ਆਪਣਾ ਰੂਪ ਬਖਸ਼ਿਆ ਹੋਵੇ। ਇਹ ਦਸਮ ਪਾਤਸ਼ਾਹ ਹੀ ਬਖਸ਼ ਗਏ ਤੁਹਾਨੂੰ। ਕਦਰ ਕਰਨੀ ਹੈ ਨਹੀਂ ਕਰਨੀ ਉਹ ਗੱਲ ਵੱਖਰੀ ਹੈ, ਸਮਝਣਾ ਨਹੀਂ ਸਮਝਣਾ ਉਹ ਗੱਲ ਵੱਖਰੀ ਹੈ। ਸੋ ਸਿਆਣੇ ਬਣੀਏ, ਇਹਨਾਂ ਸ਼ਹੀਦਾਂ ਤੋਂ ਵੱਡੇ ਨਹੀਂ ਹੈਗੇ ਅਸੀਂ, ਇਹਨਾਂ ਦੀਆਂ ਸ਼ਹਾਦਤਾਂ ਤੋਂ ਵੱਡੇ ਨਹੀਂ ਹੋ ਗਏ ਅਸੀਂ, ਸਾਡੇ ਵਡੇਰਿਆਂ ਤੋਂ ਵੱਡੇ ਨਹੀਂ ਹੋ ਗਏ। ਭਾਈ ਮਤੀ ਦਾਸ, ਸਤੀ ਦਾਸ, ਭਾਈ ਤਾਰੂ ਜੀ, ਦਿਆਲਾ ਜੀ, ਬੰਦਾ ਸਿੰਘ ਬਹਾਦਰ ਵਰਗਿਆਂ ਤੋਂ ਉੱਪਰ ਨਹੀਂ ਹੋ ਗਏ ਅਸੀਂ, ਸਾਹਿਬਜ਼ਾਦੇ ਤੋਂ ਉੱਪਰ ਨਹੀਂ ਹੋ ਗਏ, ਪੰਜਾਂ ਪਿਆਰਿਆਂ ਤੋਂ ਉੱਪਰ ਨਹੀਂ ਹੋ ਗਏ। ਕੱਲ੍ਹ ਦੇ ਜੰਮੇ ਆਪਾਂ ਤਾਂ ਉਹਨਾਂ ਦੀਆਂ ਕੁਰਬਾਨੀਆਂ ਦੇਖੀ, ਉਹਨਾਂ ਦਾ ਫਲਸਫਾ ਦੇਖੀਏ, ਸਿਧਾਂਤ ਦੇਖੀਏ, ਕਿੱਥੇ ਖੜੇ ਰਹੇ, ਅਡੋਲ ਖੜੇ ਰਹੇ, ਡੋਲੇ ਨਹੀਂ। ਫਿਰ ਨਿੱਤ ਅਰਦਾਸ ਕਰਦੇ ਹੋ ਤੁਸੀਂ, ਨਿੱਤ ਅਰਦਾਸ ਕਰਦੇ ਹੋ, ਨਿੱਤ ਅਰਦਾਸ ਦੇ ਵਿੱਚ ਪੜ੍ਹਦੇ ਹੋ, ਸੁਣਦੇ ਹੋ, ਫਿਰ ਸਮਝ ਨਹੀਂ ਆਉਂਦੀ, ਫਿਰ ਇੰਨੇ ਮੂਰਖ ਹੋ ਗਏ ਹੋ। ਸਾਂਝੀਵਾਲਤਾ ਦੀ ਗੱਲ ਕਰਨ ਤੋਂ ਕੌਣ ਰੋਕਦਾ? ਸਾਂਝੀਵਾਲਤਾ ਦੀ ਗੱਲ ਕਰੋ। ਸਾਂਝੀਵਾਲਤਾ ਦੀ ਗੱਲ ਦੀ ਇੱਕ ਲਿਮਟ ਆ, ਉਹਨਾਂ ਲਿਮਟੇਸ਼ਨ ਦੇ ਵਿੱਚ ਰਹੀਏ, ਲਿਮਟਾਂ ਨਾ ਕ੍ਰਾਸ ਕਰੀਏ ਆਪਣੀਆਂ। ਸਾਂਝੀਵਾਲਤਾ ਦੀ ਗੱਲ ਜਿੱਥੋਂ ਤੱਕ ਹੈਗੀ ਜਾਇਜ਼ ਉਹ ਤੱਕ ਦੀ ਕੀਤੀ ਜਾਵੇ। ਸਾਂਝੀਵਾਲਤਾ ਇਹ ਥੋੜ੍ਹੀ ਵੀ ਮੇਰੀ ਤੇਰੇ ਨਾਲ ਕਿਸੇ ਨਾਲ ਸਾਂਝੀਵਾਲਤਾ ਤੇ ਮੇਰੀ ਆ ਕੇ ਤੂੰ ਪੱਗ ਲਾ ਦੇ ਤੇ ਮੈਂ ਆਖਾਂ ਕੋਈ ਨਹੀਂ ਸਾਂਝੀਵਾਲਤਾ ਦੀ ਗੱਲ ਲਾਤੀ, ਫਿਰ ਕੀ ਹੋ ਗਿਆ ਨਾ, ਫਿਰ ਲਾ ਦੇ ਕਰੀ ਗਾਂਧੀ ਵਾਂਗੂ ਵੀ ਇੱਕ ਚਪੇੜ ਮਾਰ ਦੂਜੀ ਗੱਲ ਗਾੜੀ ਕਰਦੇ। ਨਹੀਂ, ਵਿਲੱਖਣ ਜੇ ਤੁਸੀਂ, ਤੁਹਾਨੂੰ ਵਿਲੱਖਣ ਬਣਾਇਆ, ਰੂਪ ਰੰਗ ਰੇਖ ਭੇਖ ਜਿਹੜਾ ਤੁਹਾਡਾ ਸਾਰਾ ਵੱਖਰਾ ਕਰਿਆ, ਪਰ ਤੁਸੀਂ ਹੁਣ ਜੇ ਗਲਤਾਨ ਹੋਣਾ ਤੇ ਫਿਰ ਭਾਈ ਹੋਈ ਜਾਓ, ਤੁਸੀਂ ਰਲਗੱਡ ਹੋਣਾ ਤੇ ਹੋਈ ਜਾਓ। ਕੀ ਕਰ ਸਕਦੇ ਹਾਂ? ਸਾਡਾ ਕੰਮ ਤਾਂ ਹੋਕਾ ਦੇਣਾ, ਸੇਵਾਦਾਰ ਹਾਂ, ਕੁੱਕਰ ਹਾਂ ਅਸੀਂ ਤਾਂ ਭਾਈ ਭੌਂਕਣਾ, ਸਾਡੇ ਕੋਲ ਤਾਂ ਦੇਖ ਨਹੀਂ ਹੁੰਦਾ, ਸਾਡੇ ਕੋਲ ਤਾਂ ਜਰ ਨਹੀਂ ਹੁੰਦਾ, ਅਸੀਂ ਤਾਂ ਬੋਲ ਕੇ ਦੱਸਾਂਗੇ। ਕਿਸੇ ਨੂੰ ਚੰਗਾ ਲੱਗੇ ਲੱਗੇ, ਨਾ ਲੱਗੇ ਨਾ ਲੱਗੇ, ਕੋਈ ਇਸ਼ੂ ਨਹੀਂ। ਅਸੀਂ ਜਵਾਬ ਦੇ ਆਪਣੇ ਗੁਰੂ ਨੂੰ ਹਾਂ, ਜਵਾਬ ਦੇ ਆਪਣੇ ਸ਼ਹੀਦਾਂ ਨੂੰ ਹਾਂ, ਕਿਸੇ ਬੰਦੇ ਨੂੰ ਥੋੜ੍ਹੀ ਜਵਾਬ ਦੇ ਹਾਂ। ਕਿਸੇ ਨੂੰ ਲੱਗੇ ਮਾੜਾ ਲੱਗੀ ਜਾਵੇ, 100 ਵਾਰ ਲੱਗੀ ਜਾਵੇ ਵੀ ਇਹ ਸਾਂਝੀਵਾਲਤਾ ਦੀ ਗੱਲ ਨਹੀਂ ਕਰਦੇ। ਸਾਂਝੀਵਾਲਤਾ ਦੀ ਗੱਲ ਦੀ ਜਿਹੜੀਆਂ ਲਿਮਟਾਂ ਨੇ ਨਾ, ਉਸ ਲਿਮਟ ਦਾ ਗੱਲ ਕਰਾਂਗੇ ਸਾਂਝੀਵਾਲਤਾ ਦੀ। ਸਾਂਝੀਵਾਲਤਾ ਦਾ ਮਤਲਬ ਇਹ ਨਹੀਂ ਵੀ ਆ ਕੇ ਕੋਈ ਸਾਡੇ ਗੁਰੂ ਸਾਹਿਬ ਦੇ ਨਰਾਦਰ ਕਰੀ ਜਾਵੇ। ਫਿਰ ਸਾਂਝੀਵਾਲਤਾ ਦੀ ਗੱਲ ਕਰੋ, ਸਰਸੇ ਦੇ ਚੇਲਿਆਂ ਨੇ ਵੀ ਫਿਰ ਆਪਾਂ ਕਿਉਂ ਸਜਾਵਾਂ ਦਵਾਉਂਦੇ ਫਿਰਦੇ ਹਾਂ? ਜਿਨ੍ਹਾਂ ਨੇ ਅੰਗ ਪਾੜ ਕੇ ਸੜਕਾਂ ਦੇ ਖਿਲਾਰੇ ਨੇ, ਸਾਂਝੀਵਾਲਤਾ ਦੀ ਕਰੋ ਗੱਲ। ਕਿਉਂ ਸਜਾਵਾਂ ਦਵਾਉਂਦੇ ਫਿਰਦੇ ਹਾਂ? ਕਿਉਂ ਮੋਰਚੇ ਲਾ ਕੇ ਬੈਠੇ ਹਾਂ? ਕਿਉਂ ਸਿੰਘ ਸ਼ਹੀਦ ਕਰਾਏ, ਹੁਣ ਕਿਉਂ ਬੈਠੇ ਹਾਂ ਬਹਿਬਲ ਕਲਾ ਕੁੱਟ ਖਾਈ ਜਾਂਦੇ ਹਾਂ? ਕੀ ਲੋੜ ਪਈ ਆ ਸੂਰਤਾ ਸਿੰਘ ਨੂੰ ਭੁੱਖੇ ਮਰਨ ਦੀ? ਹੈ ਨਾ, ਛੱਡੀਏ ਖੜਾ। ਫਿਰ ਸਾਂਝੀਵਾਲਤਾ ਦੀ ਗੱਲ ਕਰੋ। ਸਾਂਝੀਵਾਲਤਾ ਵਿੱਚ ਤਾਂ ਫਿਰ ਸਭ ਕੁਛ ਇਹੀ ਆਉਂਦਾ। ਮਹਾਰਾਜ ਸਾਨੂੰ ਅਕਲ ਬਖਸ਼ਣ, ਅਰਦਾਸ ਕਰੋ ਵੀ ਸਾਨੂੰ ਮਹਾਰਾਜ ਸਮੱਤ ਬਖਸ਼, ਸਾਨੂੰ ਅਕਲ ਆਵੇ, ਅਸੀਂ ਭੇਖੀ ਨਾ ਬਣ ਜਾਈਏ, ਅਸੀਂ ਰਾਲਗੱਡ ਨਾ ਹੋ ਜਾਈਏ, ਕਿਤੇ ਜੋ ਚਾਹੁੰਦੇ ਨੇ ਉਹ ਨਾ ਕਰੀਏ। ਆਪਣੀ ਵਿਲੱਖਣਤਾ ਦਾ ਅਹਿਸਾਸ ਕਰੋ, ਤਾਂ ਹੀ ਬਚਾਅ ਹੋਣਾ ਜੇ, ਨਹੀਂ ਤਾਂ ਫਿਰ ਅਗਲੇ ਤਾਂ ਲੱਗੇ ਹੋਏ ਨੇ ਭਾਈ ਚੜ੍ਹਦੀ ਕਲਾ, ਗੁਰੂ ਭਲਾ ਕਰੇ। ਬਾਕੀ ਉਸ ਗੁਰੂ ਘਰ ਦੀ ਜਿਹੜੀ ਅਪਡੇਟ ਆ, ਜਿੱਥੇ ਉਹ ਗੁਰੂ ਘਰ ਨਹੀਂ, ਸਨਾਤਨ ਧਰਮ ਮੰਦਰ ਇਸ ਤਰ੍ਹਾਂ ਕਰਕੇ ਰਲਗੱਡ ਬਣਾਇਆ ਹੋਇਆ ਸੀ, ਵਿੱਚੇ ਮੰਦਰ, ਵਿੱਚੇ ਧਰਮਸ਼ਾਲਾ, ਵਿੱਚੇ ਗੁਰੂ ਘਰ ਬਣਾ ਕੇ ਰਲਗੱਡ ਕੀਤਾ ਹੋਇਆ ਸੀ ਸਾਰਾ। ਪਰ ਚਲੋ ਗੁਰੂ ਸਾਹਿਬ ਜੋ ਕਰਦੇ ਨੇ ਵਧੀਆ ਕਰਦੇ ਨੇ, ਸਤਿਕਾਰ ਆਪਣਾ ਬਹਾਲ ਕਰਾਉਂਦੇ ਨੇ ਮਹਾਰਾਜ ਆਪ। ਆਪਾਂ ਕੌਣਾ ਕਰਨ ਵਾਲੇ? ਸੰਗਤ ਦੇ ਮਨ 'ਚ ਮਹਾਰਾਜ ਵਸੇ, ਸੰਗਤ ਨੇ ਬੜੀ ਸੋਹਣੀ ਸੇਵਾ ਕੀਤੀ ਹੈ। ਗੁਰੂ ਸਾਹਿਬ ਜੀ ਨੂੰ ਉੱਥੋਂ ਸੁਭਾਏਮਾਨ ਜਿਹੜਾ ਵਾ ਉਹਨਾਂ ਨੇ ਕਰਤਾ ਅਤੇ ਸਹੀ ਜਗ੍ਹਾ 'ਤੇ ਸੋਹਣੇ ਸਥਾਨ 'ਤੇ ਮਹਾਰਾਜ ਲੈ ਗਏ ਨੇ। ਇਹ ਤਾਂ ਘਟਨਾਵਾਂ ਜਿਹੜੀ ਆਪਣੇ ਸਾਹਮਣੇ ਆ ਗਈ ਆ। ਬਾਹਰਲੀਆਂ ਸਟੇਟਾਂ ਦੇ ਵਿੱਚ ਬਹੁਤ ਅਜਿਹੀਆਂ ਥਾਵਾਂ ਨੇ ਜਿੱਥੇ ਇਹੋ ਜਿਹੀਆਂ ਮਨਮੱਤਾਂ ਰੋਜ਼ ਹੁੰਦੀਆਂ ਨੇ, ਰੋਜ਼। ਗੱਲ ਵੱਖਰੀ ਹੈ ਵੀ ਉਹਨਾਂ ਦੀ ਵੀਡੀਓ ਬਣ ਕੇ ਸਾਹਮਣੇ ਨਹੀਂ ਆਉਂਦੀਆਂ। ਬਹੁਤ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਮਰਿਆਦਾ ਨਹੀਂ ਹੈਗੀ, ਬਿਲਕੁਲ ਵੀ ਮਨਮੱਤ ਰੱਜ ਕੇ ਹੁੰਦੀ ਆ, ਸਤਿਕਾਰ ਨਹੀਂ ਹੈ ਗੁਰੂ ਸਾਹਿਬ ਦਾ। ਸੋ ਇਹ ਸਾਰਾ ਕੁਝ ਸਾਨੂੰ ਆਪ ਦੇਖਣਾ ਪੈਣਾ, ਹੰਭਲਾ ਮਾਰਨਾ ਪੈਣਾ, ਗੁਰੂ ਸਾਹਿਬ ਸਤਿਕਾਰ ਬਹਾਲ ਕਰਾਉਣਾ ਪੈਣਾ। ਆਪਣਾ ਫਰਜ਼ ਆ, ਬੱਚੇ ਆ, ਉਹਦੇ ਡਿਊਟੀ ਆ ਬਣਦੀ ਆ ਆਪਣੀ। ਜੇ ਸਾਡੇ ਵਾਸਤੇ ਉਹ ਸਰਬੰਸ ਵਾਰ ਸਕਦਾ ਨਾ, ਜੇ ਸਾਡੇ ਵਾਸਤੇ ਆਪਣੇ ਪਿਤਾ ਨੂੰ ਸ਼ਹੀਦ ਕਰਾ ਸਕਦਾ, ਜੇ ਸਾਡੇ ਵਾਸਤੇ ਉਹ ਖੁਦ ਸਾਰਾ ਕੁਛ ਆਪਣਾ ਛੱਡ ਛਡਾ ਕੇ ਤੇ ਜੰਗਲਾਂ ਵਿੱਚ ਨੰਗੇ ਪੈਰੀ ਤੁਰਿਆ ਫਿਰ ਸਕਦਾ, ਤੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹਦਾ ਸਤਿਕਾਰ। ਕਿਉਂਕਿ ਦਸਮ ਪਾਤਸ਼ਾਹ, ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਸਰੂਪ ਸੁਭਾਏਮਾਨ ਨੇ ਗੁਰੂ ਸਾਹਿਬ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪਤਾ ਨਹੀਂ ਕਿਸੇ ਨੂੰ ਕੀ ਦਿਖਦਾ, ਪਰ ਉੱਥੇ 10 ਪਾਤਸ਼ਾਹੀਆਂ ਸੁਭਾਏਮਾਨ ਹੁੰਦੀਆਂ ਨੇ। ਜਦੋਂ ਆਪਾਂ ਨਕਮਸਤਕ ਹੁੰਦੇ ਹਾਂ ਨਾ, 10 ਪਾਤਸ਼ਾਹ ਨਕਮਸਤਕ ਹੁੰਦੇ ਆ, ਭਗਤ ਸਾਹਿਬਾਨ ਨਕਮਸਤਕ ਹੁੰਦੇ ਆ, ਬਿਰਾਜਮਾਨ ਹੁੰਦੇ ਨੇ ਉਹ ਤਾਂ ਸ਼ਬਦ ਰੂਪ ਦੇ ਵਿੱਚ।
ਸਾਨੂੰ ਦਿਖਦੇ ਨਹੀਂ, ਗੱਲ ਵੱਖਰੀ ਆ। ਸਾਡੀ ਵੇਖਣ ਵਾਲੀ ਅੱਖ ਨਹੀਂ ਹੈਗੀ ਨਾ, ਤਾਂ ਕਰਕੇ ਉਹ ਵੇਖਣ ਵਾਲੀ ਅੱਖ ਬਣਾਈ ਹੈ। ਅਤੇ ਵੇਖਣ ਵਾਲੀ ਅੱਖ ਬਣਨੀ ਹੈ ਜੀਵਨ ਦੇ ਨਾਲ, ਬਾਣੀ ਦੇ ਨਾਲ, ਬਾਣੇ ਨਾਲ। ਬਾਣੀ ਦੇ ਧਾਰਨੀ ਹੋਈ ਹੈ, ਗੁਰਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਨਾਮ ਜਪੀਏ। ਬਾਕੀ ਸਮਿਆਂ 'ਚੋਂ ਸਮਾਂ ਕੱਢ ਕੇ ਗੁਰੂ ਦੀ ਗੱਲ ਕਰੀਏ, ਗੁਰੂ ਦੀ ਗੱਲ ਸੁਣੀਏ, ਆਪਣਾ ਇਤਿਹਾਸ ਵਾਚੀਏ, ਸਿਧਾਂਤ ਮਰਿਆਦਾ ਸਮਝੀਏ, ਆਪੇ ਸਹੀ ਹੋ ਜਾਣਾ ਸਾਰਾ ਕੁਛ। ਸੋ ਗੁਰੂ ਭਲਾ ਕਰੇ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।